ਹਾਲੇਲੂਇਆ। ਧੰਨਵਾਦ ਧੰਨਵਾਦ ਪ੍ਰਭੂ ਜੀ। ਅਸੀਂ ਫਿਰ ਉਸੇ ਗੱਲ ਨੂੰ ਦੁਹਰਾਉਂਦੇ ਹਾਂ ਪ੍ਰਭੂ ਜੀ। ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ਼ ਕਰੋ, ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ। ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ਼ ਕਰਦੇ ਹਾਂ। ਅੰਦਰ ਜਾਈਏ, ਅੰਦਰ ਜਾਈਏ, ਅੰਦਰੋਂ ਪ੍ਰਭੂ ਦਾ ਖਜ਼ਾਨਾ ਪਾਈਏ। ਬਾਹਰ ਜਾਈਏ, ਬਾਹਰ ਜਾਈਏ, ਦੁਨੀਆ ਦਾ ਅਸੀਂ ਧਨ ਕਮਾਈਏ। ਅੰਦਰ ਆਈਏ, ਅੰਦਰ ਜਾਈਏ, ਅੰਦਰ ਜਾਈਏ, ਅੰਦਰੋਂ ਪ੍ਰਭੂ ਦਾ ਖਜ਼ਾਨਾ ਪਾਈਏ। ਤੇ ਪ੍ਰਭੂ ਜੀ, ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕਰਦੇ ਹਾਂ। ਅਸੀਂ ਵੀ ਆਪਣੇ ਕਰਜ਼ਾਈਆਂ ਨੂੰ, ਸਾਰੇ ਕਰਜ਼ਾਈਆਂ ਨੂੰ ਅਸੀਂ ਮਾਫ਼ ਕਰਦੇ ਹਾਂ। ਅਸੀਂ ਕਿਸੇ ਨਾਲ ਮੁਕਤ ਮੁੱਲਾ ਵੈਰ ਨਹੀਂ ਰੱਖਦੇ। ਅਸੀਂ ਕਿਸੇ ਦੇ ਨਾਲੋਂ ਆਪਣੀ ਆਕੜ ਨਹੀਂ ਬਣਾਉਂਦੇ, ਹਾਥੀ ਨਹੀਂ ਬਣਦੇ ਕਿ ਅਸੀਂ ਇਹਦੇ ਨੂੰ ਅੱਗੇ ਲੰਘਣਾ, ਉਹਦੇ ਨੂੰ ਅੱਗੇ ਲੰਘਣਾ। ਅਸੀਂ ਕਿਸੇ ਨਾਲੋਂ ਪ੍ਰਭੂ ਜੀ ਅੱਗੇ ਨਹੀਂ ਲੰਘਣਾ। ਪ੍ਰਭੂ ਜੀ, ਕਿਸੇ ਨਾਲੋਂ ਅੱਗੇ ਨਹੀਂ ਅਸੀਂ ਲੰਘਣਾ। ਪ੍ਰਭੂ, ਅਸੀਂ ਤੇਰੀ ਗੋਦ ਵਿੱਚ ਬੈਠਣਾ ਆ। ਪ੍ਰਭੂ, ਅਸੀਂ ਤੇਰੀ ਗੋਦ ਦਾ ਰਸ ਮਾਣਨਾ ਆ। ਅਸੀਂ ਕਿਸੇ ਦੇ ਨਾਲੋਂ ਵੀ ਅੱਗੇ ਨਹੀਂ ਲੰਘਣਾ। ਸਾਡਾ ਕਿਤੇ ਵੀ ਨਾਮ ਨਾ ਹੋਵੇ। ਅਸੀਂ ਮਿਟ ਜਾਈਏ ਪ੍ਰਭੂ, ਤੇਰੀ ਬੱਚੀ ਮਿਟ ਜਾਵੇ। ਤੂੰ ਵਧੇ, ਅੰਦਰ ਮੇਰਾ ਪਰਮੇਸ਼ਰ ਪ੍ਰਗਟ ਹੋ ਜਾਵੇ। ਇਹ ਮੇਰੇ ਪਾਪਾ, ਇਹ ਮੈਨੂੰ ਮੰਗ, ਮੇਰੀ ਮੰਗ ਆ ਤੇਰੇ ਤੋਂ ਔਰ ਸਾਰੇ ਸਰੋਤਿਆਂ ਦੀ, ਜਿਹੜੇ ਇਹਨਾਂ ਬਚਨਾਂ ਨੂੰ ਤੇਰੇ ਪ੍ਰੇਮੀ ਜਨ ਸੁਣਨ, ਉਹਨਾਂ ਦੇ ਮਨ ਵੀ ਇੱਦਾਂ ਹੀ ਛਿੱਦ ਜਾਣ, ਉਹ ਵੀ ਇੱਦਾਂ ਹੀ ਵਿਰਾਗੀ ਹੋ ਜਾਣ। ਕਿਉਂਕਿ ਜਿਹੜਾ ਕਿਸੇ ਨੂੰ ਬੈਲ ਲੱਗਾ ਹੁੰਦਾ ਆ, ਉਹ ਦੂਜੇ ਨੂੰ ਉਸੇ ਚੀਜ਼ ਦਾ ਬੈਲੀ ਬਣਾਉਣਾ ਚਾਹੁੰਦਾ ਹੁੰਦਾ। ਇਹ ਵੀ ਗੁਰਬਾਣੀ 'ਚ ਵੀ ਲਿਖਿਆ, ਪ੍ਰਭੂ ਦਾ ਵੀ ਲਿਖਿਆ ਹੋਇਆ। ਜੇ ਸਾਡੇ ਅੰਦਰ ਸ਼ਰਾਬ ਪੀਣਾ ਰੋਗ ਆ ਤਾਂ ਅਸੀਂ ਦੂਜਿਆਂ ਨੂੰ ਵੀ ਸ਼ਰਾਬ 'ਤੇ ਲਾ ਦਿੰਦੇ ਹਾਂ। ਫੀਮ ਖਾਣ ਦਾ ਰੋਗ ਲੱਗਾ, ਅਸੀਂ ਦੂਜਿਆਂ ਨੂੰ ਫੀਮ ਖਾਣ ਦਾ ਰੋਗ ਲਾ ਦਿੰਦੇ ਹਾਂ। ਲੈ ਥੋੜ੍ਹੀ ਜਿਹੀ, ਥੋੜ੍ਹੀ ਜਿਹੀ, ਥੋੜ੍ਹੀ ਜਿਹੀ ਕੋਲੋਂ ਦੇ ਕੇ, ਥੋੜ੍ਹੀ ਜਿਹੀ ਲੈ ਲਾ, ਥੋੜ੍ਹੀ ਜਿਹੀ ਲੈ ਲਾ, ਕੁੱਟ ਕੇ ਪੀ ਲਾ, ਕੁੱਟ ਕੇ ਪੀ ਲਾ। ਜਦੋਂ ਅਗਲੇ ਨੂੰ ਚੜ੍ਹਨ ਲੱਗ ਜਾਂਦੀ, ਉਹਦੀ ਝੂਠੀ ਮਸਤੀ ਚਾਰ ਦਿੰਦੀ, ਅਤੇ ਫਿਰ ਉਹਨੂੰ ਦਿੰਦੇ ਨਹੀਂ, ਉਹ ਰੋਗੀ ਹੋ ਜਾਂਦਾ ਆ, ਉਹ ਮੰਗਤਾ ਬਣ ਜਾਂਦਾ ਉਹਦਾ। ਕਹਿੰਦਾ ਉਹ ਘਰ ਹੀ ਸਾਰਾ ਉਜਾੜ ਦਿੰਦਾ। ਕਿਉਂਕਿ ਉਹਨਾਂ ਨੂੰ ਸ਼ੌਂਕ ਕੀ ਹੁੰਦਾ, ਉਹਨਾਂ ਨੂੰ ਖੋਟ ਅਤੇ ਚਲਾਕੀ ਹੁੰਦੀ ਉਹਨਾਂ ਦੇ ਅੰਦਰ। ਇਹਨੂੰ ਅੱਜ ਲਾ ਦਿਓ ਥੋੜ੍ਹੀ ਜਿਹੀ ਮੁਫਤ ਲਈ ਦੇ ਕੇ, ਫਿਰ ਅਸੀਂ ਇਹਦੇ ਕੋਲੋਂ ਪੀਵਾਂਗੇ। ਇਹ ਘਰ ਉਜਾੜੂਗਾ, ਇਹ ਆਪਣੀ ਜਾਇਦਾਦ ਵੇਚੂਗਾ, ਇਹ ਚੋਰੀ ਪੈਸੇ ਆਪਣੇ ਘਰਦਿਆਂ ਦੇ ਕੱਢ ਕੱਢ ਕੇ ਲਿਆਊਗਾ, ਆਪਣਾ ਗਹਿਣੇ ਵੇਚੂਗਾ, ਅਤੇ ਫਿਰ ਸਾਨੂੰ ਖਿਲਾਊਗਾ। ਆਹ ਸਾਡੇ ਅੰਦਰ ਲਾਲਚ ਪਿਆ। ਇਹ ਸਾਰੇ ਝੂਠੇ ਅਤੇ ਪਾਪ ਆ। ਹਰ ਇੱਕ ਬੰਦਾ, ਜੋ ਬੰਦੇ ਦੇ ਅੰਦਰ ਹੋਵੇ ਸੱਚੀ ਸੁੱਚੀ, ਜੇ ਸਾਡੇ ਅੰਦਰ ਸੱਚਾ ਗਿਆਨ ਆ, ਸੱਚਾ ਵਿਰਾਗ ਆ ਨਾ, ਵਿਰਾਗ ਤਾਂ ਹੁੰਦਾ ਹੀ ਸੱਚਾ ਆ। ਵਿਰਾਗ ਤਾਂ ਕਦੀ ਝੂਠਾ ਹੋਇਆ ਨਹੀਂ। ਕਿਉਂਕਿ ਝੂਠੇ ਹੰਝੂ ਪਰਮੇਸ਼ਰ ਦੇ ਪ੍ਰੇਮ 'ਚ ਨਹੀਂ ਆਉਂਦੇ। ਲੋਕਾਂ ਦੇ ਪ੍ਰੇਮ 'ਚ ਝੂਠੇ ਹੰਝੂ ਆ ਜਾਣਗੇ। ਪ੍ਰੇਮ 'ਚ ਪਰਮੇਸ਼ਰ ਦਾ ਵਚਨ ਮੂੰਹ 'ਚ ਅਤੇ ਅੱਖਾਂ 'ਚ ਹੰਝੂ ਕਰਕੇ ਟਰਾਈ ਦੇਖ ਲਓ। ਬਾਈਬਲ ਫੜ ਲਿਓ, ਗੁਰਬਾਣੀ ਫੜ ਲਿਓ, ਕੋਈ ਸ਼ਬਦ ਲੈ ਲਿਓ, ਵਚਨ ਪੜ੍ਹਿਓ, ਪ੍ਰੇਮ ਨਾਲ ਗਾਇਓ, ਫਿਰ ਤੁਸੀਂ ਦੇਖਿਓ ਵੀ ਹੰਝੂ ਐਨ ਉੱਥੇ ਕਨੈਕਸ਼ਨ, ਉਹ ਜ਼ੁਬਾਨ 'ਚ ਉਹ ਹੋਣ ਵਚਨ, ਅਤੇ ਪਰਮੇਸ਼ਰ ਦੇ ਨਾਲ ਧਿਆਨ ਐਟੋਮੈਟਿਕ ਜੁੜਦਾ ਹੈ ਜਦੋਂ ਵਚਨ ਹੁੰਦੇ। ਜੇ ਜੁੜਦਾ ਹੈ ਨਾ, ਨਹੀਂ ਵੀ ਜੁੜਦਾ ਤਾਂ ਵੀ ਵਚਨ ਮੂੰਹ 'ਚ ਹੋਵੇ ਸਹੀ, ਪਰ ਕਰਕੇ ਦੇਖਿਓ ਭਲਾ ਹੰਝੂ ਆਉਂਦੇ ਕਿ ਨਹੀਂ ਆਉਂਦੇ। ਕਦੀ ਨਹੀਂ ਆਉਣਗੇ, ਕਦੀ ਨਹੀਂ ਆਉਣਗੇ, ਜਿੰਨਾ ਚਿਕਰ ਵਚਨ ਦੇ ਨਾਲ ਹਿਰਦੇ ਉੱਤੇ ਵਚਨ ਦਾ ਕੰਡਾ ਨਾ ਚੁੱਭੇ, ਤੀਰ ਨਾ ਵੱਜੇ, ਅੰਦਰ ਪ੍ਰੇਮ ਨਾ ਜਾਗੇ, ਤੜਫ ਨਾ ਪੈਦਾ ਹੋਵੇ, ਉਹਨਾਂ ਚਿਕਰ ਹੰਝੂ ਜਿਹੜੇ ਆ ਨਾ, ਹੰਝੂ ਜਿਹੜੇ ਅੱਖਾਂ 'ਚ ਆਉਂਦੀਆਂ ਨੂੰ ਅਸੀਂ ਰੋਣਾ ਕਹਿ ਲੈਂਦੇ ਹਾਂ। ਸਾਡੇ ਅੰਦਰ ਪ੍ਰਬਲ ਭਾਫ ਬਣਦੀ ਆ ਅੰਦਰ, ਉਹ ਅੱਖਾਂ ਰਾਹੀਂ ਬਾਹਰ ਆ ਜਾਂਦੀ, ਅਸੀਂ ਉਹਨੂੰ ਰੋਣਾ ਕਹਿੰਦੇ ਹਾਂ। ਪਰ ਗੁਰਬਾਣੀ ਵਿੱਚ ਵੀ ਲਿਖਿਆ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਜਿਨਾ ਅੰਤਰ ਭਾਵ ਇਹ ਅਲਾਪ ਜਿਹੜਾ ਕਰਨਾ, ਪੱਕੇ ਰਾਗਾਂ ਦਾ ਅਲਾਪ ਦੇ ਵਿੱਚ ਜਦੋਂ ਅਲਾਪ ਕਰਦੇ ਇੱਦਾਂ ਲੱਗਦੇ ਰਾਗੀਆਂ ਨੇ ਮਾਰੀ ਜਾਣਾ ਆ। ਬਸ ਸਾਹ ਨਿਕਲ ਗਿਆ, ਇੰਨਾ ਅਲਾਪ ਦੇ ਨਾਲ ਉਹਦਾ ਮਤਲਬ ਕਿ ਜ਼ੋਰ ਲੱਗਦਾ ਆ। ਔਰ ਉਸ ਰਾਗ ਦੇ ਨਾਲ ਅਲਾਪ ਇੰਨਾ ਹੁੰਦਾ ਜਿੱਦਾਂ ਪੁੱਛੋ ਮਤ। ਅਤੇ
ਤੋ ਬਾਣੀ ਵਿੱਚ ਲਿਖਿਆ ਇਦਾਂ ਭਈ ਕੋਈ ਗਾਵੇ ਰਾਗੀ ਨਾਦੀ। ਜਦੋਂ ਪਰਮੇਸ਼ਰ ਵੀ ਕਹਿੰਦਾ ਆਉਣਗੇ ਤੇ ਮੈਨੂੰ ਕਹਿਣਗੇ ਪ੍ਰਭੂ ਜੀ ਮੇਰੇ ਦਾਸ ਆਉਗੇ ਨਾ ਮੇਰੇ ਕੋਲ, ਉਦੋਂ ਭੱਜੇ ਭੱਜੇ ਜਦੋਂ ਮੈਂ ਧਰਤੀ ਤੇ ਆਇਆ। ਪ੍ਰਭੂ ਜੀ ਕਹਿੰਦੇ ਮੈਂ ਆਊਂਗਾ। ਮੱਤੀ 7 ਦੇ ਵਿੱਚ ਇਹ ਲਿਖਿਆ ਹੋਇਆ, ਜਦੋਂ ਮੈਂ ਆਇਆ ਧਰਤੀ ਤੇ ਤਾਂ ਇਹ ਭੱਜੇ ਭੱਜੇ ਆਉਣਗੇ। ਜਿਹੜੇ ਅੱਗੇ ਹੋ ਕੇ ਗਲਾਂ 'ਚ ਹਾਰ ਪਵਾਉਂਦੇ ਆ ਤਾਂ ਆਪਣਾ ਵੱਡਾ ਨਾਮ ਕਰਦੇ ਆ ਨਾ, ਇਹ ਭੱਜੇ ਭੱਜੇ ਆਉਣਗੇ ਤੇ ਕਹਿਣਗੇ, ਜਿਨ੍ਹਾਂ ਨੂੰ ਅੱਜ ਇੱਕੋ ਹੀ ਗੱਲ ਲੱਭ ਗਈ ਆ ਕਿ ਨਾ ਤਾਂ ਦਸਵੰਧ ਸਵਾਸਾਂ ਦੇ ਦੀ ਜ਼ਰੂਰਤ ਆ, ਨਾ ਦਸਵੰਧ ਜੈਲਸ ਦੇ ਦੀ ਜ਼ਰੂਰਤ ਆ, ਨਾ ਦਸਵੰਧ ਦੇ ਆਕੜ ਕੱਢਣ ਦੀ ਜ਼ਰੂਰਤ ਆ। ਇਹਨਾਂ ਚੋਂ ਦਸਵੰਧ ਹੀ ਲੈ ਆਓ, ਆਪਣੀ ਆਕੜ ਚੋਂ ਕੱਢ ਕੇ ਆਪਣੇ ਹੰਕਾਰ ਦਾ ਦਸਵੰਧ ਹੀ ਲੈ ਆਓ ਕਿਤੇ, ਜਿੰਨਾ ਰੱਖੀ ਬੈਠੇ ਕੋਲ ਸਿੱਟ ਦਿਓ ਪ੍ਰਭੂ ਦੇ ਅੱਗੇ। ਆਪਣੇ ਸਵਾਸਾਂ ਦਾ ਦਸਵੰਧ ਨਹੀਂ ਤੇ ਇੱਕ ਹੀ ਹਿੱਸਾ ਲੈ ਆਓ ਕਿਤੇ, ਲੈ ਆਓ ਪ੍ਰਭੂ ਦੇ ਅੱਗੇ। 2.5 ਘੰਟੇ ਨਹੀਂ ਕੱਢਦੇ, ਕਿਤੇ 15 ਮਿੰਟ ਹੀ ਕੱਢ ਲਓ। ਕੱਢੇ ਵੀ ਆ, ਦਿਲ ਲਾਇਆ ਉਹਦੇ ਨਾਲ, ਜੀਭ ਤੇ ਹਿਰਦੇ ਦਾ ਕਨੈਕਸ਼ਨ ਜੋੜਿਆ, ਕੋਈ ਪ੍ਰਭੂ ਦੀ ਬਾਣੀ ਨੂੰ ਬਚਨ ਨੂੰ ਕੰਠ ਕੀਤਾ, ਕਿਉਂਕਿ ਬਾਣੀ ਕੰਠ ਹਿਰਦੇ ਗੰਠ। ਇਹਨਾਂ ਗੱਲਾਂ ਦੀ ਸਾਡੀ ਕੋਈ ਮੰਗ ਨਹੀਂ ਰਹੀ। ਬਸ ਜੀ ਦਸਵੰਧ, ਪੈਸਿਆਂ ਦਾ ਦਸਵੰਧ ਲੈ ਆਓ। ਭਵਨ ਬਣਦੇ ਆ, ਚਰਚ ਬਣਦੇ ਆ, ਮੰਦਿਰ ਬਣਦੇ ਆ, ਗੁਰਦੁਆਰੇ ਬਣਦੇ, ਲਿਆਓ। ਇੱਕੋ ਹੀ ਲੇਰੀ ਲੱਗੀ ਪਈ ਆ, ਇੱਕੋ ਹੀ ਲੇਰੀ। ਹੋਰ ਦੂਜੀਆਂ ਮੁੱਕ ਗਈਆਂ ਸਾਰੀਆਂ ਜਿਹੜੀਆਂ ਅਸਲੀ ਸੀਗੀਆਂ। ਜਦੋਂ ਅਸਲੀ ਨਿਕਲ ਆਈਆਂ ਤੇ ਪੈਸਿਆਂ ਦਾ ਦਸਵੰਧ ਤਾਂ ਆਪਣੇ ਆਪ ਹੀ ਨਿਕਲਣ ਲੱਗ ਜਾਣਾ। ਕਿਹੜਾ ਪ੍ਰੇਮੀ ਆ? ਜਦੋਂ ਪ੍ਰੇਮੀ ਬਣ ਗਿਆ ਨਾ ਤੂੰ, ਸਾਰਾ ਕੂੜਾ ਕੱਕਰ ਪ੍ਰਭੂ ਨੂੰ ਦੇ ਦਿੱਤਾ ਤੇ ਉਹਨੇ ਸਵਾਹ ਬਣਾ ਕੇ ਖਤਮ ਕਰ ਦਿੱਤੀ ਤੇਰੇ ਅੰਦਰ, ਤੈਨੂੰ ਧੋ ਦਿੱਤਾ। ਤੇਰੇ ਅੰਦਰ ਤੇ ਕੋਈ ਵੀ ਚੀਜ਼ ਤੈਨੂੰ ਤੇਰੀ ਨਹੀਂ ਦਿਸਣੀ। ਤੂੰ ਕਹਿਣਾ ਇਹ ਕਿਸੇ ਲੇਖੇ 'ਚ ਲੱਗ ਜਾਵੇ, ਕਿਸੇ ਗਰੀਬ ਤੇ ਲੱਗ ਜਾਵੇ। ਆ ਬਿਲਡਿੰਗਾਂ ਬਣਾਉਣ ਤੇ ਨਹੀਂ, ਅਸੀਂ ਬਿਲਡਿੰਗਾਂ ਤੇ ਜਿਹੜੇ ਜ਼ੋਰਦਾਰ ਤੇ ਇੱਥੇ ਨਹੀਂ, ਅਨਾਥਾਂ ਤੇ, ਵਿਧਵਾ ਤੇ, ਭੁੱਖਿਆਂ ਤੇ, ਜਿਹੜੇ ਪ੍ਰਭੂ ਦਾ ਨਾਂ ਲੈਂਦੇ ਆ, ਜਿਹੜੇ ਰੱਬ ਦੇ ਨਾਲ ਜੁੜੇ ਹੋਏ ਆ, ਉਹਨਾਂ ਦੀ ਸੇਵਾ 'ਚ ਐਟੋਮੈਟਿਕ ਹੀ ਉਸ ਬੰਦੇ ਨੇ ਦਸਵੰਧ ਛੱਡ ਕੇ ਦਸਵੰਧ ਤੋਂ ਵੀ ਵਾਧੂ ਕੱਢੀ ਜਾਣਾ। ਦੁਹਾਈ ਦੇਣ ਦੀ ਲੋੜ ਆ, ਉਹ ਸਵਾਸਾਂ ਦਾ ਦਸਵੰਧ ਕੱਢ ਲਓ। ਉਹ ਕਿੰਨਾ ਕੁ ਕੱਢਿਆ? ਖੜੇ ਹੋ ਕੇ ਦੱਸੋ, ਖੜੇ ਹੋ ਕੇ ਦੱਸੋ। ਅੱਜ ਇਸ ਬੱਚੇ ਨੇ ਆਪਣੇ ਸਵਾਸਾਂ ਦਾ ਦਸਵੰਧ ਇਸ ਵੀਕ ਦੇ ਵਿੱਚ ਇੰਨਾ ਕੱਢਿਆ। ਸੱਚ ਬੋਲੇ, ਕਲੀਸਿਆ ਦੇ ਵਿੱਚ ਸੰਗਤ ਵਿੱਚ ਖੜਾ ਹੋ ਕੇ ਸੱਚ ਬੋਲੇ, ਇੰਨਾ ਦਸਵੰਧ ਕੱਢਿਆ। ਉਹਨੂੰ ਕੋਈ ਗਿਫਟ ਦੇ ਦਿਓ, ਦੂਜਿਆਂ ਨੂੰ ਵੀ ਚਾਅ ਚੜੇ। ਕਿਉਂਕਿ ਜਿਹੜੇ ਸੰਤ ਪਾਸਟਰ ਮਾਂ ਪਿਓ ਦੀ ਨਿਆਈ ਹੁੰਦੇ ਆ ਨਾ, ਉਹ ਸੰਤ ਪਾਸਟਰ ਜਿਹੜੇ ਆ ਜਾਂ ਮਹਾਂਪੁਰਸ਼ ਆ, ਉਸ ਬੱਚੇ ਨੂੰ, ਜਿਹੜੇ ਇੱਦਾਂ ਦੇ ਬੱਚੇ ਟਾਈਮ ਕੱਢ ਕੇ ਚੇਤੇ ਕਰਕੇ ਪ੍ਰਭੂ ਦੇ ਬਚਨਾਂ ਨੂੰ ਜ਼ਬਾਨੀ ਆਣ ਕੇ ਉਹਨੂੰ ਕਹਿਣਾ ਆਓ ਪੁਲਪੁੱਟ 'ਤੇ ਸੁਣਾਓ ਜ਼ਬਾਨੀ। ਆਓ ਕਿੰਨਿਆਂ ਨੇ ਜ਼ਬਾਨੀ ਅੱਜ ਤਾਂ ਕੰਠ ਕੀਤੀਆਂ ਆ, ਆਓ ਕਿੰਨਿਆਂ ਨੇ ਅਰਥ ਕੀਤੇ ਆ। ਜਿੰਨੇ ਆਪਣੇ ਕਾਊਂਟ ਵੰਡਣ ਦੀ ਦੁਹਾਈ ਦਿੰਦੇ ਆ, ਉੱਥੇ ਇਹ ਜਿਹੜੇ ਪ੍ਰਭੂ ਦੇ ਬਚਨ ਆ, ਇਹਨਾਂ ਦੀ ਦੁਹਾਈ ਦੇ ਦਿਓ ਪਿਆਰਿਓ। ਏਦਾਂ ਹੀ ਪ੍ਰਭੂ ਕਹਿੰਦਾ, ਜਦੋਂ ਨਾ ਮੈਂ ਆਇਆ, ਜਿਵੇਂ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ ਜਨਾਂ ਤਰ ਕਪਟ ਵਕਾਰ ਹੈ ਤੇ ਨਾ ਰੋਈ ਕਿਆ ਕੀਜੇ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੇ। ਜਨ ਨਾਨਕ ਹਿਰਦਾ ਸੁੱਧ ਹੈ, ਜਿਹਦਾ ਹਿਰਦਾ ਸੁੱਧ ਹੋਊਗਾ ਉਹਨੂੰ ਪਰਮੇਸ਼ਰ ਆਪਣੀ ਗਲਵਕੜੀ ਚਲਾਊਗਾ। ਇੱਥੇ ਪ੍ਰਭੂ ਜੀ ਕਹਿੰਦੇ ਆ ਬਥੇਰੇ ਆਉਣਗੇ, ਕਿਉਂਕਿ ਪਰਮੇਸ਼ਰ ਤਾਂ ਯਿਸੂ ਮਸੀਹ ਹੈ ਨਾ, ਪਰਮੇਸ਼ਰ ਤਾਂ ਯਹੋਵਾ ਆ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਹੈ ਨਾ। ਪ੍ਰਭੂ ਜੀ ਕਹਿੰਦੇ ਯਿਸੂ ਜੀ ਜਦੋਂ ਮੈਂ ਆਇਆ ਨਾ ਧਰਤੀ ਦੇ ਉੱਤੇ, ਉਸ ਵੇਲੇ ਬਥੇਰੇ ਮੇਰੇ ਕੋਲ ਭੱਜੇ ਆਉਣਗੇ ਤੇ ਕਹਿਣਗੇ ਪ੍ਰਭੂ ਜੀ ਅਸੀਂ ਤੇਰੇ ਨਾਮ ਦੇ ਵਿੱਚ ਰੋਗੀ ਚੰਗੇ ਕੀਤੇ। ਪ੍ਰਭੂ ਜੀ ਸਾਡੀ ਗੱਲ ਸੁਣੋ, ਅਸੀਂ ਤੇਰੇ ਨਾਮ ਦੇ ਵਿੱਚ ਲੋਕਾਂ ਦੇ ਭੂਤ ਕੱਢੇ। ਪ੍ਰਭੂ ਜੀ ਅਸੀਂ ਤੇਰੇ ਨਾਮ 'ਚ ਬਹੁਤ ਕਰਾਮਾਤਾਂ ਦਿਖਾਈਆਂ। ਤੇ ਪ੍ਰਭੂ ਕਹਿੰਦੇ ਮੱਤੀ 7 ਵਿੱਚ, ਜਿੱਥੇ ਮਸੀਹ ਦਾ ਅਖਤਿਆਰ ਵਾਲਾ ਉਪਦੇਸ਼, ਉਹਦੇ ਵਿੱਚ ਲਿਖਿਆ, ਪੜ੍ਹ ਲਓ। ਤੁਹਾਨੂੰ ਸੁਣਾ ਵੀ ਚੁੱਕੇ ਆ ਕਿ ਇਹ ਬੱਚੀ, ਇਹ ਪ੍ਰਭੂ ਦੀ ਬੱਚੀ ਸੁਣਾ ਵੀ ਚੁੱਕੀ ਆ। ਪ੍ਰਭੂ ਕਹਿੰਦਾ, ਮੈਂ ਕਹੂੰਗਾ ਉਹ ਬਰਿਆਰੋ ਮੇਰੇ ਕੋਲੋਂ ਦੂਰ ਹੋ ਜਾਓ। ਤੁਸੀਂ ਰੇਤੋਂ ਤੇ ਘਰ ਬਣਾਇਆ, ਉੱਥੇ ਹੀ ਅੱਗੇ ਲਿਖਿਆ, ਜੇ ਰੇਤੋਂ ਤੇ ਘਰ ਬਣਾਇਆ, ਹਨੇਰੀ ਆਈ, ਮੀਂਹ ਆਇਆ, ਹੜ੍ਹ ਆਇਆ, ਉਹਨੂੰ ਧੱਕਾ ਮਾਰਿਆ, ਉਹ ਗਿਰ ਕੇ ਗਿਆ, ਉਹਦਾ ਵੱਡਾ ਨੁਕਸਾਨ ਹੋਇਆ। ਜਿਹਨੇ ਪੱਥਰ ਤੇ ਘਰ ਬਣਾਇਆ, ਹਨੇਰੀ ਆਈ, ਮੀਂਹ ਆਇਆ, ਹੜ੍ਹ ਆਇਆ, ਉਹਨੂੰ ਧੱਕਾ ਮਾਰਿਆ, ਉਹ ਹਿੱਲਿਆ ਨਾ।
ਉੱਥੇ ਗੁਰਮੁਖ ਦਾ ਦਰਜਾ ਦਿੱਤਾ, ਪੱਥਰ ਤੇ ਨੀਂਹ ਤੇ ਘਰ ਬਣਾਇਆ। ਨਿਹਚਾ ਪ੍ਰੇਮ ਪ੍ਰਭੂ ਦੇ ਨਾਲ, ਹਲੀਮੀ, ਸ਼ਾਂਤੀ, ਅਕਲ, ਮਤ, ਬੁੱਧ। ਉਹ ਘਰ ਨਾ ਡਿੱਗਿਆ, ਉਹ ਮੇਰੇ ਪਰਮੇਸ਼ਰ ਦੇ ਗੋਦ ਦੇ ਬੱਚਿਆਂ ਦਾ ਘਰ ਆ। ਇਸ ਕਰਕੇ ਅਸੀਂ ਇਸ ਤੁੱਖ ਨੂੰ ਵਾਰ-ਵਾਰ ਆਪਣੇ ਅੰਦਰ ਦੁਹਰਾਈਏ 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 ਦੁਹਰਾਈਏ। ਜਿਹੜੀ ਚੀਜ਼ ਨੂੰ ਅਸੀਂ ਬਾਰੰਬਾਰ ਕੱਢਣ ਦੀ ਕਵਾਂਗੇ, ਪ੍ਰਭੂ ਕੱਢ, ਪ੍ਰਭੂ ਕੱਢ, ਪ੍ਰਭੂ ਸਾਡੇ ਇਸ ਔਗਣ ਨੂੰ ਸਾਡੇ ਚੋਂ ਕੱਢ, ਇਹ ਸਾਨੂੰ ਸਭ ਤੋਂ ਜ਼ਿਆਦਾ ਔਗਣ ਸਤਾਉਂਦਾ। ਤਾਂ ਹੀ ਪ੍ਰਭੂ ਨੇ ਆਪਣੀ ਅਰਦਾਸ ਦੇ ਵਿੱਚ ਇਹਨੂੰ ਦਰਜ ਕੀਤਾ। ਹੇ ਪ੍ਰਭੂ, ਤੁਸੀਂ ਸਾਡੇ ਕਰਜ਼ੇ ਮਾਫ਼ ਕੀਤੇ, ਅਸੀਂ ਵੀ ਸਭ ਕਰਜ਼ਾਈਆਂ ਆਪਣਿਆਂ ਨੂੰ ਮਾਫ਼ ਕਰਦੇ ਹਾਂ। ਸਾਡੇ ਕਰਜ਼ੇ ਤੇ ਜਨਮਾਂ ਦੇ ਪਾਪ ਸੀ, ਸਾਡੇ ਵੱਡੇ ਵਡੇਰਿਆਂ ਦੇ, ਖਰੇ ਕਿੰਨੇ ਕੁ ਜਨਮਾਂ ਤੋਂ ਸਾਡੇ ਤੇ ਚਿੰਬੜੇ ਹੋਏ ਸੀ, ਪ੍ਰਭੂ ਨੇ ਸਾਡੇ ਉਹ ਧੋ ਦਿੱਤੇ। ਤੇ ਸਾਡੇ ਤੇ ਕਿਸੇ ਨੇ ਕੀ, ਸਾਡੇ ਤੇ ਕਿਸੇ ਨੇ ਕਿੱਡੇ ਕੁ ਪਰਉਪਕਾਰ ਕੀਤੇ ਆ, ਜਿਹੜਾ ਅਸੀਂ ਉਹਨਾਂ ਨੂੰ ਮਾਫੀਆਂ ਨਹੀਂ ਦੇ ਸਕਦੇ। ਅਸੀਂ ਤੇ ਐਡੇ ਸਾਡੇ, ਅਸੀਂ ਤੇ ਪ੍ਰਭੂ ਨੇ ਤੇ ਜਿਹੜੇ ਸਾਡੇ ਵੱਡੇ ਵਡੇਰਿਆਂ ਦੇ, ਉਹਨਾਂ ਨੂੰ ਵੀ ਪੇਟ 'ਚ ਜੰਮਿਆ ਤੇ ਪਾਲਿਆ ਤੇ ਵੱਡੇ ਸਾਹ ਦਿੱਤੇ ਤੇ ਹਰ ਚੀਜ਼ ਦੁਨੀਆ ਤੇ ਦਿੱਤੀ, ਉਹਨਾਂ ਨੂੰ ਨਕਸ਼ ਨੈਣ ਲਾਏ। ਜਿੱਦਾਂ ਸਾਨੂੰ ਪਾਲਣਾ ਕੀਤੀ, ਇੱਦਾਂ ਹੀ ਸਾਡੇ ਵੱਡੇ ਵਡੇਰਿਆਂ ਦੀ, ਸਾਡੇ ਆਉਣ ਵਾਲੇ ਪਹਿਲੇ ਜਿਹੜੀਆਂ ਅੰਸਾਂ ਤੇ ਅਸੀਂ ਅੰਸ ਤੋਂ ਅੰਸ ਅੱਗੇ ਤੁਰੇ ਉਹਨੇ, ਸਾਨੂੰ ਪਤਾ ਨਹੀਂ ਕੀ ਉਹਨਾਂ ਨੇ ਪਰਮੇਸ਼ਰ ਤੋਂ ਬੇਮੁਖ ਹੋ ਕੇ ਕੀਤਾ। ਤੇ ਉਹ ਦੁੱਖ ਅਜੇ ਤੱਕ ਲੜੀ ਸਾਡੇ ਉੱਤੇ ਤੁਰੀ ਆਉਂਦੀ ਆ। ਅਸੀਂ ਉਦੋਂ ਗਾਂਹ ਪਾਪਾਂ ਤੋਂ ਨਹੀਂ ਛੁੱਟਦੇ, ਅਸੀਂ ਵੀ ਹੋਰ ਕਰੀ ਜਾਂਦੇ ਹਾਂ। ਅਸੀਂ ਬੋਲੀ ਜਾਂਦੇ, ਰੋਜ਼ ਦੇ ਰੋਜ਼ ਹੀ ਪਾਪ ਬਣਾਈ ਜਾਂਦੇ। ਪ੍ਰਭੂ ਕਹਿੰਦਾ ਜੋ ਜ਼ੁਬਾਨ 'ਚੋਂ ਬੋਲਦਾ ਉਹ ਤੇਰਾ ਬੁਰੇ ਬੋਲ ਪਾਪ ਬਣਦੇ ਆ, ਕਰਮ ਬਣਦੇ ਆ ਤੇਰਾ। ਜੇ ਚੰਗੇ ਬੋਲਦਾ ਸਫਾਈ ਹੁੰਦੀ ਆ ਤੇਰੇ ਘਰ ਦੀ, ਮਾੜੇ ਬੋਲਾਂ ਦੇ ਨਾਲ ਗੰਦਗੀ ਖਿਲਰਦੀ ਆ ਤੇਰੇ ਘਰ ਦੇ ਵਿੱਚ, ਤੇਰੇ ਬੱਚਿਆਂ ਦੇ ਵਿੱਚ ਵੀ ਤੇਰੇ ਬੋਲਾਂ ਤੋਂ ਗੰਦਗੀ ਖਿਲਰਦੀ ਹੈ। ਇਹਨਾਂ ਨੂੰ, ਜ਼ੁਬਾਨ ਨੂੰ ਕੰਟਰੋਲ ਕਰ। ਤੇਰੀ ਜ਼ੁਬਾਨ ਜਿਹੜੀ ਨਰਕਾਂ ਨੂੰ ਲੈ ਜਾਂਦੀ ਹੈ, ਜ਼ੁਬਾਨ ਹੀ ਤੇਰੀ ਸਵਰਗਾਂ ਨੂੰ ਲੈ ਜਾਂਦੀ ਹੈ। ਕਿੰਨਾ ਪ੍ਰਭੂ ਨੇ ਸਾਨੂੰ ਦੁਹਾਈ ਦਿੱਤੀ ਹੈ, ਸਾਨੂੰ ਕਿੰਨਾ ਪ੍ਰਭੂ ਨੇ ਕਿਹਾ ਇਹਨਾਂ ਕੁੱਤਿਆਂ ਤੇ ਬਿੱਲੀਆਂ ਨੂੰ, ਇਹਨਾਂ ਕੁੱਤਿਆਂ ਨੂੰ ਤੇ ਇਹਨਾਂ ਨੂੰ ਸੂਰਾਂ ਨੂੰ ਇਹ ਨਾ ਸਿੱਟੋ। ਮੱਤੀ 7:7 ਵਿੱਚ ਮਸੀਹ ਦਾ ਅਖਤਿਆਰ ਵਾਲਾ ਉਪਦੇਸ਼, ਪਵਿੱਤਰ ਵਸਤੂ ਕੁੱਤਿਆਂ ਤੇ ਸੂਰਾਂ ਅੱਗੇ ਨਾ ਸਿੱਟੋ, ਪਵਿੱਤਰ ਵਸਤੂ ਕੁੱਤਿਆਂ ਅੱਗੇ ਨਾ ਪਾਓ, ਨਰਮੋਲਕ ਹੀਰੇ ਤੇ ਮੋਤੀ ਸੂਰਾਂ ਅੱਗੇ ਨਾ ਸਿੱਟੋ, ਇਹ ਲਤਾੜਨਗੇ, ਮੁੜ ਕੇ ਤੁਹਾਨੂੰ ਪਾੜਨਗੇ। ਸਾਡੇ ਅੰਦਰ ਬੈਠੇ ਹੋ, ਸਾਡੇ ਅੰਦਰ ਮਾੜਾ ਜਿਹਾ ਗੁਣ ਆ ਗਿਆ, ਆਕੜਾ ਹੀ ਨਹੀਂ ਸਮਾਉਂਦੇ। ਮਾੜਾ ਜਿਹਾ ਕੋਈ ਚੀਜ਼ ਅਹੁਦਾ ਮਾੜਾ ਜਿਹਾ ਮਿਲ ਗਿਆ, ਬੱਲੇ ਬੱਲੇ ਮੇਰੇ ਵਰਗਾ ਤਾਂ ਹੁਣ ਹੈ ਹੀ ਨਹੀਂ ਕੋਈ, ਹੁਣ ਕਿਸੇ ਨੂੰ ਬੁਲਾਉਂਦਾ ਹੀ ਨਹੀਂ ਹੈ। ਭਾਵੇਂ ਉੱਥੇ ਮੰਦਰ ਗੁਰਦੁਆਰਾ ਵਿੱਚ ਜਾਂ ਚਰਚ ਵਿੱਚ ਕੋਈ ਵੀ ਸੇਵਾ ਦਿੱਤੀ ਜਾਵੇ, ਉਹ ਬਸ ਬਣ ਜਾਂਦਾ ਆਪਣੇ ਆਪ ਨੂੰ। ਹੁਣ ਤਾਂ ਮੈਨੂੰ ਪਾਸਟਰ ਜੀ ਨੇ ਸੇਵਾ ਦੇ ਦਿੱਤੀ ਆ ਵੱਡੀ, ਇਹ ਖਰੇ ਮੈਂ ਕੀ ਬਣ ਗਿਆ। ਨਿਰਮਤਾ ਹੋਣੀ ਸੀਗੀ, ਸਗੋਂ ਹੋਰ ਦੂਜਿਆਂ ਨੂੰ ਹਲੀਮੀ ਨਾਲ ਵਿਆਉਣ ਬੁਲਾਉਣਾ ਸੀਗਾ, ਦੂਸਰੇ ਨੂੰ ਹੋਰ ਜ਼ਿਆਦਾ ਪਿਆਰ ਦੇਣਾ ਸੀਗਾ। ਪਿਆਰ ਟਪਕਦਾ ਤੇਰੇ 'ਚੋਂ। ਅਸੀਂ ਹੱਡ ਬੀਤੀਆਂ ਆ ਇਹ ਸਾਡੇ ਨਾਲ। ਥੋੜ੍ਹੀ ਜਿਹੀ ਕਿਸੇ ਦੇ ਕੋਲ ਆ ਜਾਂਦੀ ਆ ਅਤੇ ਉਹਦੀਆਂ ਅੱਖਾਂ ਹੋਰ ਹੀ ਬਦਲੀਆਂ ਹੁੰਦੀਆਂ। ਅਸੀਂ ਸੋਚਦੇ ਹਾਂ ਸਾਡੇ ਵਰਗੇ ਗਰੀਬਾਂ ਨੂੰ ਵੀ ਹੁਣ ਕੋਈ ਬੁਲਾਊਗਾ, ਹੈ ਨਾ। ਤੋ ਇਸ ਕਰਕੇ ਪਰਮੇਸ਼ਰ ਮਿਹਰ ਕਰੇ ਸਾਨੂੰ, ਅਸੀਂ ਮੰਗ ਕਰੀਏ। ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਮੇਰੀ ਵੀ ਸੁਣ ਕੇ ਤੁਸੀਂ ਅਰਦਾਸ ਕਰਨੀ, ਔਰ ਇਹ ਬੱਚੀ ਤੁਹਾਡੀ ਅਰਦਾਸ ਕਰੂਗੀ। ਸਰੋਤਿਓ ਸਾਰਿਆਂ ਦੀ ਇਸ ਵੇਲੇ ਵੀ ਕਰ ਰਹੀ ਆ ਕਿ ਸਾਡੇ ਅੰਦਰੋਂ ਦੂਜਿਆਂ ਨੂੰ ਮਾਫੀ ਦੇਣ ਵਾਲਾ ਜੀਵਨ ਬਣ ਜਾਵੇ। ਜਦ ਪ੍ਰਭੂ ਨੇ ਸਾਡੇ ਜਨਮਾਂ ਜਮਾਤਰਾਂ ਦੇ ਵੱਡੇ ਵਡੇਰਿਆਂ ਦੇ ਸਾਡੇ ਪਾਪ ਆਪਣੇ ਖੂਨ ਦੇ ਨਾਲ ਧੋ ਦਿੱਤੇ, ਅਸੀਂ ਆਪਣੀ ਬੋਲ ਕੇ ਜੀਭ ਨਾ ਤੇ ਆਪਣੇ ਦਿਲ ਤੋਂ ਨਹੀਂ ਛੱਡ ਸਕਦੇ। ਨਾਲੇ ਸਾਡੇ ਨਾਲ ਕਿਸੇ ਨੇ ਅਸੀਂ ਕਿਸੇ ਨਾਲ ਪਰਉਪਕਾਰ ਕਿਹੜੇ ਕੀਤੇ ਆ, ਕਿੱਡੇ ਕੁ ਕਰ ਲਏ। ਅਸੀਂ ਛੋਟਾ ਮੋਟਾ ਕਿਸੇ ਨਾਲ ਪਰਉਪਕਾਰ ਕਰ ਲਿਆ, ਸਾਰਿਆਂ ਨਾਲ ਤਾਂ ਨਹੀਂ, ਬੜੇ ਪਰਉਪਕਾਰ ਅਸੀਂ ਕਰ ਲਏ। ਛੋਟਾ ਮੋਟਾ ਕਿਸੇ ਨਾਲ ਕਰ ਵੀ ਲਿਆ ਪਰਉਪਕਾਰ, ਤੇ ਫਿਰ ਕੀ ਹੋਇਆ? ਜੇ ਕਰ ਲਿਆ, ਨੇਕੀ ਕਰ ਕੁਏ ਮੇਂ ਡਾਲ। ਪਰਮੇਸ਼ਰ ਕਹਿੰਦਾ ਨੇਕੀ ਕਰ ਕੁਏ ਮੇਂ ਡਾਲ, ਚੇਤੇ ਨਾ ਕਰ ਨੇਕੀ ਕਰਕੇ, ਤੇਰਾ ਪਰਮੇਸ਼ਰ ਤੈਨੂੰ ਫਲ ਦੇਊਗਾ। ਤੂੰ ਨਿਸ਼ਚਿੰਤ ਰਹਿ, ਚਿੰਤਾ ਤੋਂ ਰਹਿਤ ਹੋ ਜਾ, ਤੇ ਚਿੰਤਾ ਦੇ ਰੋਗ ਆਪਣੇ ਆਪ ਨੂੰ ਨਾ ਲਾ। ਆਓ ਆਪਾਂ ਪ੍ਰੇਮ ਨਾਲ ਹੁਣੇ ਗੀਤ ਗਾਈਏ।
ਧੰਨਵਾਦ 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 ਪਰਮੇਸ਼ਰ ਤੇਰਾ ਧੰਨਵਾਦ ਪਰਮੇਸ਼ਰ ਤੇਰਾ ਧੰਨਵਾਦ ਪਰਮੇਸ਼ਰ ਤੇਰਾ ਧੰਨਵਾਦ ਪਰਮੇਸ਼ਰ ਤੇਰਾ ਧੰਨਵਾਦ। ਦੇਖੋ ਜੀ, ਅਸੀਂ ਹੈਗੇ ਮੰਗਤੇ ਪਰਮੇਸ਼ਰ ਦੇ ਬੱਚੇ। ਆਪਣੇ ਮਾਂ ਪਿਓ ਦੇ ਛੋਟੇ ਹੁੰਦੇ ਮੰਗਤਿਆਂ ਵਾਂਗੂ ਮੈਂ ਲੈਣਾ ਆ ਮੈਂ ਲੈਣਾ ਆ ਮੈਂ ਲੈਣਾ ਆ। ਅਸੀਂ ਪਰਮੇਸ਼ਰ ਦੇ ਮੂਹਰੇ ਜਿੰਨਾ ਚਿਕਰ ਅਸੀਂ ਉਹਦੇ ਗੋਦ ਦੇ ਬੱਚੇ ਨਹੀਂ ਬਣਦੇ, ਜਿੰਨਾ ਚਿਕਰ ਸਾਡੇ ਅੰਦਰ ਵੈਰ ਵਿਰੋਧ ਆ, ਅਸੀਂ ਮੰਗਤੇ ਦੇ ਰੂਪ ਦੇ ਵਿੱਚ ਹੀ ਰਵਾਂਗੇ। ਅਸੀਂ ਉਹਨਾਂ ਚਿਕਰ ਮੰਗਤੇ ਆ ਤੇ ਸਾਡੀ ਹਾਲਤ ਕੀ ਆ? ਮੈਂ ਵੀ ਮੰਗਤਾ ਤੂੰ ਵੀ ਮੰਗਤਾ, ਮੈਂ ਵੀ ਮੰਗਤਾ ਤੂੰ ਵੀ ਮੰਗਤਾ, ਓਏ ਮੈਂ ਵੀ ਮੰਗਤਾ ਤੂੰ ਵੀ ਮੰਗਤਾ, ਮੈਂ ਵੀ ਮੰਗਤਾ ਤੂੰ ਵੀ ਮੰਗਤਾ। ਮੰਗਤੇ ਹੋ ਗਏ ਇਕੱਠੇ, ਇਹ ਮੰਗਤੇ ਹੋ ਗਏ ਇਕੱਠੇ ਨੇ, ਇਹ ਮੰਗਤੇ ਹੋ ਗਏ ਇਕੱਠੇ, ਇਹ ਮੰਗਤੇ ਹੋ ਗਏ ਇਕੱਠੇ ਨੇ, ਇਹ ਮੰਗਤੇ ਹੋ ਗਏ ਇਕੱਠੇ, ਮੰਗਤੇ ਹੋ ਗਏ ਇਕੱਠੇ। ਅਸੀਂ ਮੰਗਤੇ ਹੋ ਗਏ ਇਕੱਠੇ, 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 ਅਸੀਂ ਮੰਗਤੇ ਹੋ ਗਏ ਇਕੱਠੇ। ਇੱਕ ਦੂਜੇ ਨੂੰ ਮਾਰਨ ਬੋਲੀਆਂ, ਇੱਕ ਦੂਜੇ ਨੂੰ ਮਾਰਨ ਬੋਲੀਆਂ, ਓਏ ਨਾਲੇ ਕਰਦੇ ਠੱਠੇ, ਇਹ ਨਾਲੇ ਕਰਦੇ ਠੱਠੇ। ਅਸੀਂ ਮੰਗਤੇ ਹੋ ਗਏ ਇਕੱਠੇ, ਮੰਗਤੇ ਹੋ ਗਏ ਇਕੱਠੇ, ਅਸੀਂ ਮੰਗਤੇ ਹੋ ਗਏ ਇਕੱਠੇ। ਮੈਂ ਵੀ ਮੁਰਦਾ ਤੂੰ ਵੀ ਮੁਰਦਾ, ਸਾਹ ਦੇ ਪ੍ਰਾਹੁਣਿਆ, ਮਿੱਟੀ ਦਿਆ ਬਾਵਿਆ ਮਿਟ ਜਾਣ ਵਾਲਿਆ। ਮੈਂ ਵੀ ਮੁਰਦਾ ਤੂੰ ਵੀ ਮੁਰਦਾ, 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 ਮੈਂ ਵੀ ਮੁਰਦਾ ਤੂੰ ਵੀ ਮੁਰਦਾ। ਜੇ ਕੋਈ ਵਿੱਚ ਇਹਨਾਂ ਦੇ ਜੀਵੇ, 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 ਉਹਨੂੰ ਕਰਦੇ ਠੱਠੇ, ਉਹਨੂੰ ਕਰਦੇ ਠੱਠੇ, ਉਹਨੂੰ ਕਰਦੇ ਠੱਠੇ, ਉਹਨੂੰ ਕਰਦੇ ਠੱਠੇ। ਅਸੀਂ ਮੰਗਤੇ ਹੋ ਗਏ ਇਕੱਠੇ, ਅਸੀਂ ਮੰਗਤੇ ਹੋ ਗਏ ਇਕੱਠੇ, ਅਸੀਂ ਮੰਗਤੇ ਹੋ ਗਏ ਇਕੱਠੇ, ਅਸੀਂ ਮੰਗਤੇ ਹੋ ਗਏ ਇਕੱਠੇ। ਮੈਂ ਵੀ ਮੰਗਤਾ ਤੂੰ ਵੀ ਮੰਗਤਾ, ਮੈਂ ਵੀ ਮੰਗਤਾ ਤੂੰ ਵੀ ਮੰਗਤਾ, ਮੰਗਤੇ ਹੋ ਗਏ ਇਕੱਠੇ, ਮੰਗਤੇ ਹੋ ਗਏ ਇਕੱਠੇ। ਇੱਕ ਦੂਜੇ ਨੂੰ ਮਾਰਨ ਬੋਲੀਆਂ, ਇੱਕ ਦੂਜੇ ਨੂੰ ਮਾਰਨ ਬੋਲੀਆਂ, ਓਏ ਨਾਲੇ ਕਰਦੇ ਠੱਠੇ, ਨਾਲੇ ਕਰਦੇ ਠੱਠੇ। ਮੰਗਤੇ ਹੋ ਗਏ ਇਕੱਠੇ, ਇਹ ਮੰਗਤੇ ਹੋ ਗਏ ਇਕੱਠੇ। ਮੈਂ ਵੀ ਰੋਗੀ ਤੂੰ ਵੀ ਰੋਗੀ, ਓ ਮੈਂ ਵੀ ਰੋਗੀ ਤੂੰ ਵੀ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮੈਂ ਵੀ ਰੋਗੀ ਤੂੰ ਵੀ ਰੋਗੀ, ਮੈਂ ਵੀ ਰੋਗੀ ਤੂੰ ਵੀ ਰੋਗੀ, ਰੋਗ ਹਉਮੈ ਦੇ ਲੱਗੇ ਸਾਨੂੰ, ਰੋਗ ਹਉਮੈ ਦੇ ਲੱਗੇ, ਰੋਗ ਹਉਮੈ ਦੇ ਲੱਗੇ ਸਾਨੂੰ, ਰੋਗ ਹਉਮੈ ਦੇ ਲੱਗੇ ਸਾਨੂੰ, ਰੋਗ ਜਿਲਸ 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 ਦੇ ਲੱਗੇ ਸਾਨੂੰ, ਰੋਗ ਚਿੰਤਾ ਦੇ ਲੱਗੇ ਸਾਨੂੰ, ਰੋਗ ਚਿੰਤਾ ਦੇ ਲੱਗੇ, ਰੋਗ ਚਿੰਤਾ ਦੇ ਲੱਗੇ ਸਾਨੂੰ, ਰੋਗ ਚਿੰਤਾ ਦੇ ਲੱਗੇ। ਮੈਂ ਵੀ ਮੰਗਤਾ ਤੂੰ ਵੀ ਮੰਗਤਾ, ਮੈਂ ਵੀ ਮੰਗਤਾ ਤੂੰ ਵੀ ਮੰਗਤਾ,
ਓਏ ਮੰਗਤੇ ਹੋ ਗਏ ਇਕੱਠੇ ਅਸੀਂ, ਮੰਗਤੇ ਹੋ ਗਏ ਇਕੱਠੇ, ਮੰਗਤੇ ਹੋ ਗਏ ਇਕੱਠੇ ਅਸੀਂ, ਮੰਗਤੇ ਹੋ ਗਏ ਇਕੱਠੇ। ਮੈਂ ਵੀ ਰੋਗੀ ਤੂੰ ਵੀ ਰੋਗੀ, ਮੈਂ ਵੀ ਰੋਗੀ ਤੂੰ ਵੀ ਰੋਗੀ, ਰੋਗ ਹਉਮੈ ਦੇ ਲਗੇ, ਰੋਗ ਹਉਮੈ ਦੇ ਲਗੇ। ਇਹ ਰੋਗੀ ਹੋ ਗਏ ਇਕੱਠੇ, ਭੁੱਲ ਗਏ ਸੱਚੇ ਪਰਮੇਸ਼ਰ ਨੂੰ। ਇਹ ਰੋਗੀ ਹੋ ਗਏ ਇਕੱਠੇ, ਭੁੱਲ ਗਏ ਸੱਚੇ ਪਰਮੇਸ਼ਰ ਨੂੰ, ਭੁੱਲ ਗਏ ਸੱਚੇ ਪਰਮੇਸ਼ਰ ਨੂੰ। ਮੈਂ ਵੀ ਰੋਗੀ ਤੂੰ ਵੀ ਰੋਗੀ, ਮੈਂ ਵੀ ਰੋਗੀ ਤੂੰ ਵੀ ਰੋਗੀ, ਰੋਗੀ ਹੋ ਗਏ ਇਕੱਠੇ, ਭੁੱਲ ਗਏ ਸਾ ਪਰਮੇਸ਼ਰ ਨੂੰ, ਭੁੱਲ ਗਏ ਸਾਰੇ ਪਰਮੇਸ਼ਰ ਨੂੰ। ਰੋਗ ਚਿੰਤਾ ਦੇ ਲੱਗੇ, ਭੁੱਲ ਗਏ ਸੱਚੇ ਪਰਮੇਸ਼ਰ ਨੂੰ, ਭੁੱਲ ਗਏ ਸੱਚੇ ਪਰਮੇਸ਼ਰ ਨੂੰ। ਓਏ ਰੋਗ ਕੇ ਜਲਸ ਦੇ ਲੱਗੇ, ਸਾਨੂੰ ਰੋਗ ਜਲਸ ਦੇ ਲੱਗੇ, ਰੋਗ ਜਲਸ ਦੇ ਲੱਗੇ, ਸਾਨੂੰ ਰੋਗ ਜਲਸ ਦੇ ਲੱਗੇ। ਭੁੱਲ ਗਏ ਸੱਚੇ ਪਰਮੇਸ਼ਰ ਨੂੰ, ਭੁੱਲ ਗਏ ਸੱਚੇ ਪਰਮੇਸ਼ਰ ਨੂੰ। ਆਮੀਨ ਆਮੀਨ। ਇੰਨੇ ਰੋਗ ਸਾਨੂੰ, ਚਿੰਤਾ ਦੇ ਰੋਗ ਸਾਨੂੰ, ਬਿਮਾਰੀਆਂ ਦੇ ਰੋਗ ਸਾਨੂੰ, ਹੰਕਾਰ ਦੇ ਰੋਗ ਸਾਨੂੰ, ਹਉਮੈ ਦੇ ਰੋਗ ਸਾਨੂੰ, ਕਲਾ ਕਲੇਸ਼ ਦੇ ਰੋਗ ਸਾਨੂੰ। ਇਹਨਾਂ ਰੋਗਾਂ ਨੇ ਸਾਡੇ ਦੁਨਿਆਵੀ ਰੋਗ ਵੀ ਹੋਰ ਬਹੁਤ ਭੈੜੇ ਤੋਂ ਭੈੜੇ ਸਾਡੇ ਅੰਦਰ ਰੋਗ ਉਗਾ ਦਿੱਤੇ ਆ, ਜੜ੍ਹਾਂ ਬਣਾ ਦਿੱਤੀਆਂ ਉਹਨਾਂ ਰੋਗਾਂ ਦੀਆਂ। ਅਤੇ ਤਾਂ ਹੀ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀਗਾ ਹੁਣੇ ਭਈ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ, ਉਹ ਜਿਵੇਂ ਪਰਮੇਸ਼ਰ ਨੇ ਕਿਹਾ ਕਿ ਇੱਦਾਂ ਦਿਆਂ ਨੂੰ ਮੈਂ, ਇਹ ਜਿਹੜੇ ਆ ਨਾ ਇਸ ਤਰ੍ਹਾਂ ਆਪਣੇ ਪਖੰਡ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਆ, ਮੈਂ ਜਾਣਦਾ ਇਹਨਾਂ ਨੂੰ ਸਾਰਿਆਂ ਨੂੰ। ਪਰਮੇਸ਼ਰ ਕਿਹਾ ਆ, ਅਸੀਂ ਨਹੀਂ ਕਹਿੰਦੇ। ਤਾਂ ਮੈਂ ਜਦੋਂ ਆਊਂਗਾ ਮੈਂ ਕਹੂੰਗਾ ਫਿਰ ਮੇਰੇ ਕੋਲੋਂ ਦੂਰ ਹੋ ਜਾਓ। ਜਿਵੇਂ ਪਰਮੇਸ਼ਰ ਨੇ ਕੰਮ ਕੀਤਾ ਅਤੇ ਪਰਮੇਸ਼ਰ ਦੇ ਮੇਨ ਦਾਸਾਂ ਨੇ ਕੀਤਾ, ਅਸੀਂ ਉਹਨਾਂ ਦੇ ਪਿੱਛੇ ਪਿੱਛੇ ਚਲੀਏ। ਸਾਨੂੰ ਕਈ ਵਾਰੀ ਉਦਾਹਰਨਾਂ ਪ੍ਰਭੂ ਦੇ ਦਾਸ ਦੇ ਦਿੰਦੇ ਆ ਕਿ ਜਦੋਂ ਪਤਰਸ ਦੇ ਵੇਲੇ ਇੱਕ ਜੋੜੇ ਨੇ ਝੂਠ ਬੋਲਿਆ, ਲਿਆ ਕੇ ਵਸਤੂ ਝੂਠ ਬੋਲਿਆ ਅਤੇ ਪੂਰੀ ਨਾ ਚੜ੍ਹਾਈ, ਤਾਂ ਉਹ ਉਸੇ ਵੇਲੇ, ਮੈਨੂੰ ਉਹਨਾਂ ਦੇ ਨਾਂ ਯਾਦ ਨਹੀਂ, ਉਸੇ ਵੇਲੇ ਉਹ ਝੂਠ ਬੋਲਣ ਵਾਲਾ ਮਰ ਗਿਆ। ਜਦੋਂ ਉਹਦੀ ਪਤਨੀ ਆਈ, ਉਹਨੇ ਵੀ ਕਿਹਾ ਹਾਂ ਜਿਣਸ ਅਸੀਂ ਇੰਨੇ ਦੀ ਵੇਚੀ ਸੀ, ਹਾਂ ਉਹ ਵੀ ਝੂਠ ਬੋਲੀ ਅਤੇ ਉਸੇ ਲਈ ਮਰ ਗਈ। ਭਾਵ ਉਹਨਾਂ ਦਾ ਕਾਰਨ ਕੀ ਸੀ? ਪ੍ਰਭੂ ਦਾ ਸਾਨੂੰ ਡੀਪ ਅਰਥ ਉਹਦਾ ਕੀ ਪ੍ਰਭੂ ਜੀ ਦੱਸਦੇ ਆ। ਪ੍ਰਭੂ ਨੂੰ ਇੰਨੀ ਝੂਠ ਬੋਲਣ ਤੋਂ ਨਫ਼ਰਤ ਆ। ਪ੍ਰਭੂ ਨੂੰ ਕਿਸੇ ਮੰਗ ਦੀ ਲੋੜ ਨਹੀਂ। ਪਤਰਸ ਵਰਗੇ ਸੰਤਾਂ ਦੇ ਨਾਲ ਝੂਠ ਬੋਲਣਾ, ਪਤਰਸ ਵਰਗੇ ਸੰਤਾਂ ਦੇ ਨਾਲ, ਜਿਨ੍ਹਾਂ ਦੇ ਨਾਲ ਪ੍ਰਭੂ ਜੀ ਨੇ ਆਪਣੀ ਨੀਂਹ ਜਿਹੜੀ ਆ ਕਲੀਸਿਆ ਦੀ, ਉਸ ਦਾਸ ਦੇ ਤੇ ਧਰੀ, ਉਸ ਦਾਸ ਨੂੰ ਇੰਨਾ ਮਾਣ ਬਖਸ਼ਿਆ। ਉਹ ਦਾਸ ਜਿਹੜੇ ਪ੍ਰਭੂ ਦੇ ਆਪਾ ਘਰ ਬਾਹਰ ਤਿਆਗ ਦਿੱਤਾ, ਜਿਨ੍ਹਾਂ ਨੇ ਸਾਰਾ ਕੁਛ ਪ੍ਰਭੂ ਦੇ ਪਿੱਛੇ ਹੋ ਤੁਰੇ। ਮੱਛੀਆਂ ਫੜਨ ਵਾਲੇ, ਪਰਮੇਸ਼ਰ ਨੇ ਕਿਹਾ ਆਓ ਤੈਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ, ਅਤੇ ਉਸੇ ਵੇਲੇ ਉਹਦੇ ਪਿੱਛੇ ਹੋ ਤੁਰੇ। ਫਿਰ ਉਹਨਾਂ ਨੇ ਕਿੰਨੇ ਕਿੰਨੇ ਦੁੱਖ ਸਹੇ, ਕਿੰਨੇ ਕਿੰਨੇ ਦੁੱਖ ਸਹੇ ਉਹਨਾਂ ਨੇ, ਜਿਹਦੀ ਕੋਈ ਹੱਦ ਨਹੀਂ। ਉਹਨਾਂ ਨੇ ਕੋਈ ਆਪਣੇ ਮਹਿਲ ਵੱਡੇ ਵੱਡੇ ਨਹੀਂ ਪਾਏ, ਆਪਣੇ ਬਹੁਤ ਵੱਡੇ ਵੱਡੇ ਕੋਈ ਅਖਾੜੇ ਨਹੀਂ ਬਣਾਏ, ਨਾ ਲਾਏ। ਚੱਲ ਚੱਲ ਕੇ ਮੋਬਲ ਹਾਊਮ ਜਿਹੜਾ ਮੰਦਰ ਆ, ਇਸ ਮੰਦਰ ਦੇ ਨਾਲ ਤੁਰ ਤੁਰ ਕੇ ਬੜੀਆਂ ਸੇਵਾਵਾਂ ਕੀਤੀਆਂ, ਬਹੁਤ ਸੇਵਾਵਾਂ ਕੀਤੀਆਂ। ਹਾਂ, ਉਹ ਐਗਜ਼ਾਮਪਲ ਆ ਕਿ ਉਹਨਾਂ ਨੇ ਝੂਠ ਬੋਲਿਆ। ਝੂਠ ਬੋਲਣ ਵਾਲੇ ਨੂੰ ਇੱਕ ਸੰਤਨ ਸੇਤੀ ਮਸ਼ਕਰੀ, ਇਹ ਡੁੱਬਣ ਕੀ ਰੀਤ, ਇਹ ਕੀਤੀ ਮਸ਼ਕਰੀ ਇੱਕ ਪਤਰਸ ਵਰਗੇ ਸੰਤ ਨੂੰ, ਪਤਰਸ ਵਰਗੇ ਦਾਸ ਨੂੰ, ਪ੍ਰਭੂ ਦੇ ਨੂੰ, ਜਿਹੜਾ ਪ੍ਰਭੂ ਨੂੰ ਜਾਨ ਜਿਸਮ ਦੇ ਚੁੱਕਾ ਆ। ਉਸ ਤਰ੍ਹਾਂ ਦੇ ਦਾਸ ਦੇ ਨਾਲ, ਜਿਹਦੇ ਅੰਦਰ ਕੋਈ ਮੈਂ ਦਾ ਬੱਕਰਾ ਨਹੀਂ ਬੋਲਦਾ, ਜਿਹਦੇ ਅੰਦਰ ਪ੍ਰਭੂ ਪ੍ਰਗਟ ਹੋ ਚੁੱਕਾ ਆ। ਪਤਰਸ ਦੇ ਪਰਛਾਵੇਂ ਨੂੰ ਲੋਕੀ ਤਰਸਦੇ ਸੀ ਕਿ ਪਤਰਸ ਦਾ ਪਰਛਾਵਾਂ ਆ ਜਾਏ ਅਸੀਂ ਚੰਗੇ ਹੋ ਜਾਣਾ, ਪਤਰਸ ਦਾ ਕੱਪੜਾ ਛੋਹ ਲਈਏ ਅਸੀਂ ਚੰਗੇ ਹੋ ਜਾਣਾ। ਉਹ ਪਤਰਸ ਨੂੰ ਟੀਚਰ ਕੀਤੀ, ਇੱਕ ਕਿਸਮ ਦਾ ਮਖੌਲ ਜਾਣਿਆ ਕਿ ਇਹਨਾਂ ਨੂੰ ਕੀ ਪਤਾ ਦਾਸਾਂ ਨੂੰ, ਅਸੀਂ ਇੱਦਾਂ ਬੋਲ ਦੇਵਾਂਗੇ,
ਲੋਕਾਂ ਵਿੱਚ ਆਪਣਤ ਸੀ, ਲੋਕਾਂ ਵਿੱਚ ਦਿਖਾਵਾ ਸੀ। ਉਹ ਜੋੜੇ ਦੇ ਅੰਦਰ ਲੋਕੀ ਸਾਨੂੰ ਵੀ ਕਹਿਣਗੇ ਇਹਨਾਂ ਨੇ ਵੀ ਬਹੁਤ ਦਿੱਤਾ। ਪ੍ਰਭੂ ਕਿਸੇ ਬਹੁਤ ਦਾ ਭੁੱਖਾ ਨਹੀਂ। ਸਾਰੀ ਸ੍ਰਿਸ਼ਟੀ ਪ੍ਰਭੂ ਨੇ ਸਾਨੂੰ ਧਰਤੀ ਸਾਡੀ ਉਤਪੰਨ ਲਈ, ਸਾਡੀ ਖਾਣ ਲਈ ਬਣਾਈ ਆ, ਜਿਹਦੇ ਵਿੱਚ ਉਤਪੰਨ ਸਾਡੇ ਲਈ ਹੋਵੇ। ਉਹ ਭਾਵੇਂ ਇੱਕ ਛਿੱਟਾ ਵੀ ਆਪਣੇ ਅਨਾਜ ਦਾ ਲਿਆ ਕੇ ਦਾਣਾ ਵੀ ਨਾ ਚੜਾਉਂਦੇ, ਪ੍ਰਭੂ ਨੇ ਉਹਨਾਂ ਨੂੰ ਮਾਰਨਾ ਨਹੀਂ ਸੀਗਾ। ਪ੍ਰਭੂ ਉਹਨਾਂ ਦੇ ਨਾਲ ਇਸ ਕਰਕੇ ਇਹਨਾਂ ਨੂੰ ਮਾਰ ਦਿੱਤਾ ਕਿ ਇਹਨਾਂ ਨੇ ਕਾਰਨ ਕਿ ਇਹਨਾਂ ਨੇ ਪੂਰਾ ਕਿਉਂ ਨਹੀਂ ਚੜਾਇਆ। ਇਹਨਾਂ ਨੇ ਦਸਵੰਧ ਕਹਿ ਕੇ ਉਹਨਾਂ ਨੇ ਕਿਹਾ ਕੁਛ ਤੇ ਕੀਤਾ ਕੁਛ। ਉਹਨਾਂ ਨੇ ਪਤਰਸ ਵਰਗੇ ਦਾਸ ਨਾਲ ਮਖੌਲ ਬਣਾਇਆ, ਉਹਦੇ ਮੂੰਹੋਂ ਫਿਰ ਸਹਿ ਸੁਭਾਅ ਨਿਕਲਿਆ ਤੇ ਪਵਿੱਤਰ ਆਤਮਾ ਨਾਲ ਝੂਠ ਬੋਲਦੇ ਆ ਤੁਸੀਂ। ਜਿਸ ਤਰ੍ਹਾਂ ਮੂਸਾ ਦੇ ਨਾਲ, ਜਿਸ ਤਰ੍ਹਾਂ ਮੂਸਾ ਦੁੱਖ ਸਹਿ ਕੇ ਅਜ਼ਰੇਲੀਆਂ ਨੂੰ ਕੱਢ ਕੇ ਲਿਆਇਆ ਤੇ ਤੋੜ ਬੁੜ ਕਰਨ ਵਾਲੇ ਫੇਰ ਵੀ ਮੂਸਾ ਨੂੰ ਬੁਰਾ ਭਲਾ ਕਹਿਣ ਲੱਗੇ। ਅੱਕ ਕੇ ਸੱਤ ਗਿਆ ਮੂਸਾ ਵੀ ਆਪਣਾ ਆਪ ਤਿਆਗਣ ਵਾਲਾ ਸੰਤ ਸੀ। ਮੂਸਾ ਨੇ ਦਿਨ ਰਾਤ ਬੁਢਾਪੇ ਵਿੱਚ ਇੱਕ ਕੀਤਾ ਸੀ। ਮੂਸਾ ਨੇ ਆਪਣੀ ਤਲੀ ਤੇ ਜਾਨ ਆਪਣੀ ਤੇ ਨਹੀਂ ਰੱਖੀ, ਪਰਮੇਸ਼ਰ ਦੀ ਤਲੀ ਤੇ ਆਪਣੀ ਜਾਨ ਰੱਖੀ ਸੀ। ਇੱਦਾਂ ਦੇ ਸੰਤਾਂ ਨੂੰ ਜੇ ਕੋਈ ਟੀਚਰ ਕਰਦਾ ਹੈ ਨਾ, ਕਿਸੇ ਨੂੰ ਵੀ ਟੀਚਰ ਨਾ ਕਰੋ, ਮਾਮੂਲੀ ਨੂੰ ਵੀ ਕਿਸੇ ਨੂੰ ਟੀਚਰਾਂ ਨਾ ਕਰੋ, ਕਿਸੇ ਦੇ ਮਖੌਲ ਨਾ ਬਣਾਓ। ਪ੍ਰਭੂ ਜੀ ਅੱਜ ਛੋਟਾ ਦਾਸ ਹੈ, ਕੱਲ੍ਹ ਨੂੰ ਵੱਡਾ ਬਣ ਜਾਊਗਾ। ਵੱਡਾ ਬਣਨਾ ਹੀ ਨਹੀਂ। ਜਿਹੜੇ ਵੱਡੇ ਚਾਹੁੰਦੇ ਆ ਉਹ ਵੱਡੇ ਬਣਦੇ ਕਦੀ ਨਹੀਂ। ਵੱਡੇ ਕਦੀ ਨਹੀਂ ਬਣਦੇ ਵੱਡਾ ਮੰਗਣ ਵਾਲੇ। ਨੀਚੇ ਦੀਆਂ ਪੌੜੀਆਂ ਉੱਪਰ ਨੂੰ ਜਾਂਦੀਆਂ ਆ। ਇਸ ਬੱਚੀ ਨੇ ਹਰਭਜਨ ਕੌਰ ਨੇ ਬਹੁਤ ਜਵਾਨੀ ਬਾਰੇ ਦੀ ਟਾਈਮ ਦੇ ਵਿੱਚ 84 ਜਿੱਥੇ 84 ਕੱਟੀ ਜਾਂਦੀ ਗੋਇੰਦਵਾਲ ਸਾਹਿਬ, ਕਿਉਂਕਿ ਭੁੱਖ ਪਹਿਲੀ ਉਮਰ ਤੋਂ ਬਹੁਤ ਜ਼ਿਆਦਾ ਸੀ, ਤੜਫ ਬਹੁਤ ਜ਼ਿਆਦਾ ਸੀ, ਅਤੇ ਉੱਥੇ 84 ਕੱਟਣ ਵੀ ਗਈ ਸੀ। ਜਦ ਤੱਕ ਉਸ ਉਮਰ ਦੇ ਵਿੱਚ, ਜਵਾਨੀ ਉਮਰ ਦੇ ਵਿੱਚ ਮੇਰੀ 84 ਕੱਟਣ ਦੀ ਭੁੱਖ ਮੁੱਕ ਚੁੱਕੀ ਸੀ। ਪਰ ਛੋਟੀ ਉਮਰ 'ਚ ਮੈਂ ਕਿਹਾ ਸੀ ਕਿ ਮੈਂ ਇੱਥੇ ਜ਼ਰੂਰ ਆਉਣਾ ਆ, ਮੈਂ ਜ਼ਰੂਰ ਇਹ ਕੰਮ ਕਰਨਾ ਆ। ਉਹ ਬੜੀ ਔਖੀ ਘਾਟੀ ਆ, ਲੰਬੀ ਗੱਲ ਆ, ਫਿਰ ਸੁਣਾऊँ ਕਿਉਂਕਿ ਟਾਈਮ ਤਾਂ ਫਿਰ ਵੀ ਹੋ ਚੱਲਿਆ, ਜਾਂ ਦੂਸਰੇ ਪਾਰਟ 'ਚ ਸੁਣਾ ਦੂੰਗੀ। ਅਤੇ ਕਹਿਣ ਤੋਂ ਭਾਵ ਕਿ ਭੁੱਖ ਦੀ ਗੱਲ, ਤੜਫ ਦੀ ਗੱਲ। ਅਤੇ ਜਦੋਂ ਫਿਰ ਆਖਰ ਉਹ ਕਦੀ ਕਿਸੇ ਨੂੰ ਮੂਸਾ ਪਰਮੇਸ਼ਰ ਦੇ ਕੋਲੋਂ ਧਰਤੀ ਦੇ ਉੱਤੇ ਡਿੱਗ ਕੇ ਬਰਲਾਪ ਕਰ ਕਰਕੇ ਪ੍ਰਭੂ ਦੇ ਕੋਲ ਅਜ਼ਰੇਲੀਆਂ ਨੂੰ ਬਖਸ਼ਾਉਂਦਾ ਰਿਹਾ। ਜਦੋਂ ਮੂਸਾ ਪਹਾੜ ਤੋਂ 40 ਦਿਨੀ ਬਾਅਦ ਉਤਰਿਆ ਤੇ ਥੱਲੇ ਜਿਹੜੇ ਸੀਗੇ ਉਹਨਾਂ ਨੇ ਸੋਚਿਆ ਮੂਸਾ ਤਾਂ ਮਰ ਮੁੱਕ ਗਿਆ, 40 ਦਿਨ ਕਿੱਥੇ ਰਿਹਾ, ਹੈ ਹੀ ਨਹੀਂ ਮੂਸਾ। ਤੇ ਹਰੂਨ ਦੇ ਆਖੇ, ਹਰੂਨ ਨੇ ਸਕੀਮ ਉਹਨਾਂ ਨੂੰ ਬਣਾਈ, ਕੀਤਾ ਜੀ ਆਪਸ ਵਿੱਚ ਰਲ ਮਿਲ ਕੇ ਸੋਨਾ ਇਕੱਠਾ ਕੀਤਾ ਤੇ ਸੋਨੇ ਦਾ ਬੌਲਦ ਬਣਾ ਲਿਆ, ਬੈਠਕਾ ਸੋਨੇ ਦਾ ਬਣਾ ਲਿਆ ਕਿ ਸਾਡਾ ਹੁਣ ਪਰਮੇਸ਼ਰ ਇਹ ਆ। ਕਿੱਡੀ ਛੇਤੀ ਭੁੱਲੇ ਉਹ। ਹਾਏ ਰੱਬਾ, ਓਏ ਰੱਬਾ, ਕੀ ਕੀਤਾ ਜਾਵੇ। ਹੇ ਪਾਪਾ, ਸਾਡੇ ਮਨਾਂ ਨੂੰ ਦ੍ਰਿੜ ਬਣਾ ਦੇ, ਪੱਥਰ ਵਰਗੀ, ਜਿੱਦਾਂ ਨੀਂਹ ਪੱਥਰ ਸਾਡੀ ਨੀਂਹ ਪੱਥਰ ਜਿਹੜੀ ਸਾਡੀ ਪ੍ਰੇਮ ਤੇ ਪੱਥਰ ਤੇ ਰੱਖੀ ਜਾਵੇ। ਸਾਨੂੰ ਪਰਤਾਵੇ ਵਿੱਚ ਨਾ ਲਿਆਏ, ਕਿਤੇ ਸਾਡੀ ਬੁੱਧੀ ਜਿਹੜੀ ਆ ਇਹ ਪੁੱਠੇ ਪਾਸੇ ਨਾ ਕਿਤੇ ਤੁਰ ਪਵੇ। ਪ੍ਰਭੂ ਜੀ, ਦੁਆਈ ਆ ਤੇਰੇ ਅੱਗੇ ਸਾਡੀ। ਅਸੀਂ ਆਪਣੇ ਆਪ ਦੇ ਉੱਤੇ, ਕਿਉਂਕਿ ਹਰ ਬੰਦਾ ਜੇ ਆਪਣੇ ਆਪ ਦੀ ਇਸ ਤਰ੍ਹਾਂ ਮਾਫੀ ਮੰਗਣ ਲੱਗ ਜਾਵੇ ਤਾਂ ਸਾਰਾ ਸੰਸਾਰ ਕੰਟਰੋਲ 'ਚ ਹੋ ਸਕਦਾ, ਤਾਂ ਜੇ ਆਪਣੇ ਆਪ ਨੂੰ ਕੀਤਾ ਜਾਵੇ। ਇੱਕ ਜਾਣਾ ਆਪਣੇ ਆਪ ਨੂੰ। ਕੌਣ ਦੂਜਿਆਂ ਨੂੰ ਕੰਟਰੋਲ ਕਰ ਸਕਦਾ ਭਲਾ? ਨਹੀਂ, ਕੋਈ ਵੀ ਨਹੀਂ। ਇੱਕ ਪਰਮੇਸ਼ਰ ਕਰ ਸਕਦਾ ਸਭ ਨੂੰ, ਕਿਉਂਕਿ ਉਹ ਜੋਤ ਉਹਦੀ ਸਾਰਿਆਂ ਦੇ ਵਿੱਚ ਹੈ। ਅਤੇ ਜਦੋਂ ਪ੍ਰਭੂ ਜੀ ਨੇ ਜਦੋਂ ਮੂਸਾ ਨੂੰ ਇਹਨਾਂ ਨੇ ਬੇਮੁੱਲਾ ਤੰਗ ਕੀਤਾ ਅਤੇ ਬੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ, ਅਤੇ ਸੱਤ ਕੇ ਆਖਰਕਾਰ ਮੂਸਾ ਦੇ ਕੋਲੋਂ ਬਚਨ ਨਿਕਲੇ ਕਿ ਪਰਮੇਸ਼ਰ, ਜੇ ਮੈਂ ਝੂਠਾ ਆ ਤੇ ਮੈਨੂੰ ਇਹਦਾ ਫਲ ਦੇ। ਜੇ ਮੈਨੂੰ ਇਹ ਉੱਜਾ ਹੀ ਨਹੀਂ ਲਾਉਣੋਂ ਹਟਦੇ, ਇੰਨਾ ਭਲਾ ਮੰਗਦੇ ਨੂੰ, ਤੇ ਫਿਰ ਪ੍ਰਭੂ ਤੂੰ ਜਾਣ ਇਹਨਾਂ ਨੂੰ। ਉਹਨੇ ਨਹੀਂ ਕਿਹਾ ਵੀ ਅੱਗ 'ਚ ਜਲਣ, ਪਰ ਉਸੇ ਵੇਲੇ ਪਰਮੇਸ਼ਰ ਦਾ ਕ੍ਰੋਧ ਉਹਨਾਂ 'ਤੇ ਭੜਕਿਆ ਅਤੇ ਅੱਗ ਨਿਕਲੀ, ਧਰਤੀ ਫਟ ਗਈ, ਉੱਥੇ ਸਾਰੇ ਗਰਕ ਹੋ ਗਏ ਸੀ। ਇਸੇ ਤਰ੍ਹਾਂ ਜਦੋਂ ਪਤਰਸ ਦੇ ਨਾਲ ਮਖੌਲ ਬਣਾਇਆ ਕਿ ਇੰਨਾ ਹੀ ਆ, ਕਿਉਂ ਕਿਹਾ ਇੰਨਾ ਹੀ ਆ? ਪਤਰਸ ਵਰਗੀ ਪਵਿੱਤਰ ਆਤਮਾ, ਜਿਹਦੇ ਵਿੱਚ ਪ੍ਰਗਟ ਆਤਮਾ ਪਰਮੇਸ਼ਰ ਦਾ,
ਪਰਮੇਸ਼ਰ ਦਾ ਪਵਿੱਤਰ ਆਤਮਾ ਪ੍ਰਗਟ ਆ, ਪ੍ਰਗਟ ਤੌਰ ਤੇ ਪਤਰਸ ਦੇ ਪੱਲਾ ਛੂਹਣ ਨੂੰ ਲੋਕੀ ਤਰਸਦੇ, ਪਰਛਾਵਾਂ ਲੈਣ ਨੂੰ ਤਰਸਦੇ। ਅਸੀਂ ਚੰਗੇ ਹੋ ਜਾਈਏ, ਸਾਡੇ ਪਾਪ ਜਿਹੜੇ ਆ ਧੋਤੇ ਜਾਣੇ ਸੀ, ਨੇੜੇ ਤੋਂ ਹੋ ਜਾਈਏ, ਕਿਤੇ ਇਹਦੇ ਲਾਗਿਓ ਦੀ ਵੀ ਲੰਘ ਜਾਈਏ। ਐਦਾਂ ਦਾ ਸੰਤ ਪਤਰਸ ਐਦਾਂ ਦਾ ਸੰਤ ਸੀ। ਤੇ ਉਹਦੇ ਕੋਲ ਜਦੋਂ ਝੂਠ ਬੋਲਿਆ ਤੇ ਫਿਰ ਉਹਨੇ ਰੋਹ ਵਿੱਚ ਆਣ ਕੇ ਕਿਹਾ ਤੁਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ। ਉਹਨਾਂ ਨੇ ਜਾਣਿਆ ਇਹ ਕੁਛ ਨਹੀਂ ਜਾਣਦੇ, ਤੁੱਛ ਜਾਣਿਆ। ਤਾਂ ਪ੍ਰਭੂ ਨੇ ਕਿਹਾ ਜਿਹੜਾ ਪਹਿਲਾਂ ਹੀ ਅਬਰਾਹਿਮ ਜਿਹੜੇ ਤੈਨੂੰ ਤੁੱਛ ਕਰਕੇ ਜਾਣਨ, ਮੈਂ ਉਹਨਾਂ ਨੂੰ ਸਰਾਪ ਦੇਵਾਂਗਾ। ਉਤਪੰਨ 12:3 ਵਿੱਚ ਅਬਰਾਹਿਮ ਜਿਹੜੇ ਤੈਨੂੰ ਤੁੱਛ ਕਰਕੇ ਜਾਣਨ, ਮੈਂ ਉਹਨਾਂ ਨੂੰ ਸਰਾਪ ਦੇਵਾਂਗਾ। ਤਾਂ ਉਹਨਾਂ ਨੇ ਤੁੱਛ ਕਰਕੇ ਪਤਰਸ ਨੂੰ ਜਾਣਿਆ, ਸਮਝਿਆ ਇਹਨੂੰ ਕੁਛ ਨਹੀਂ ਪਤਾ। ਬੇਸ਼ੱਕ ਉਹ ਇੱਕ ਦਾਣਾ ਨਾ ਆਪਣੀ ਜਿਣਸ ਦਾ ਲੈ ਕੇ ਆਉਂਦੇ, ਪ੍ਰਭੂ ਭੁੱਖਾ ਨਹੀਂ, ਨਾ ਪ੍ਰਭੂ ਦੇ ਦਾਸ ਭੁੱਖੇ ਆ। ਸਿਰਫ ਉਹਨਾਂ ਦੀ ਚਲਾਕੀ ਕਿ ਅਸੀਂ ਵੀ ਵੱਡੇ ਬਣੀਏ, ਅਸੀਂ ਵੀ ਬਹੁਤ ਦਿੱਤਾ ਬਣ ਜਾਈਏ ਪ੍ਰਭੂ ਦੀ ਨਿਗਾਹ ਦੇ ਵਿੱਚ ਅਸੀਂ ਹੋ ਜਾਈਏ ਵੀ ਅਸੀਂ ਵੀ ਸਾਰਾ ਹੀ ਦੇਤਾ, ਤੇ ਬੋਲੇ ਝੂਠ। ਤੇ ਝੂਠ ਪ੍ਰਭੂ ਨੂੰ ਪਸੰਦ ਨਹੀਂ। ਦੋਨੋਂ ਝੂਠ ਬੋਲੇ, ਦੋਵੇਂ ਥਾਂ ਮਰ ਗਏ। ਫਿਰ ਸੰਤਾਂ ਦੇ ਨਾਲ ਪਵਿੱਤਰ ਆਤਮਾ ਦੇ ਨਾਲ ਝੂਠ ਬੋਲੇ। ਉਹ ਦਾਨ ਵਾਲੀ ਗੱਲ ਨਹੀਂ ਸੀ, ਨਾ ਦਾਨ ਵਾਲੀ ਤੇ ਦਾਨ ਵਾਲਾ ਉਹਦੇ 'ਚ ਖੋਜ ਮਾਜ ਕੋਈ ਨਹੀਂ ਸੀਗਾ। ਖੋਜ ਸੀ ਝੂਠ ਦਾ, ਖੋਜ ਸੀ ਸੰਤਾਂ ਨੂੰ ਮਸ਼ਕਰੀ ਦਾ, ਸੰਤਾਂ ਨੂੰ ਤੁੱਛ ਜਾਣਨ ਦਾ, ਕਿ ਪਤਰਸ ਵਰਗੇ ਸੰਤ ਨੂੰ, ਪਵਿੱਤਰ ਆਤਮਾ ਨੂੰ ਤੁਸੀਂ ਤੁੱਛ ਕਰਕੇ ਜਾਣਿਆ। ਤੇ ਉਹਦੇ ਸਹਿ ਸੁਭਾਅ ਬਚਨ ਨਿਕਲੇ ਤਾਂ ਪੂਰੇ, ਕਿਉਂਕਿ ਤੁੱਛ ਕਰਕੇ ਜਾਣਿਆ। ਇਸ ਤਰ੍ਹਾਂ ਪ੍ਰਭੂ ਮਿਹਰ ਕਰੇ, ਪ੍ਰਭੂ ਦਇਆ ਕਰੇ। ਅਸੀਂ ਮੰਗਤੇ ਹਾਂ, ਅਸੀਂ ਰੋਗੀ ਹਾਂ, ਅਸੀਂ ਭੁੱਖੇ ਹਾਂ, ਅਸੀਂ ਪਰਮੇਸ਼ਰ ਕੋਲੋਂ ਮੰਗਦੇ ਹਾਂ। ਅਸੀਂ ਇੱਕ ਦੂਜੇ ਦੇ ਮਖੌਲ ਨਾ ਡਾਈਏ, ਇੱਕ ਦੂਜੇ ਨੂੰ ਠੱਠੇਬਾਜ਼ੀਆਂ ਨਾ ਕਰੀਏ, ਇੱਕ ਦੂਜੇ ਨੂੰ ਪਿਆਰ ਕਰੀਏ, ਹਲੀਮੀ 'ਚ ਚੱਲੀਏ, ਜਿਲਸ ਤੋਂ ਰਹਿਤ ਹੋਈਏ, ਝੋਲੀ ਅੱਡ ਅੱਡ ਕੇ ਦੂਜਿਆਂ ਲਈ ਪਿਆਰ ਮੰਗੀਏ। ਪਰਮੇਸ਼ਰ ਸਾਰਿਆਂ ਨੂੰ ਪਿਆਰ ਦੇ। ਜਦੋਂ ਤੂੰ ਸਾਰਿਆਂ ਨੂੰ ਪਿਆਰ ਦਊਂਗਾ, ਕਿੰਨੇ ਸੁਖੀ ਹੋ ਜਾਵਾਂਗੇ ਪਰਮੇਸ਼ਰ। ਅਸੀਂ ਕਿੰਨਾ ਸੁੱਖ ਮਿਲੂਗਾ ਸਾਨੂੰ, ਸਾਰੇ ਪਾਸੇ ਫੁੱਲ ਖਿੜੇ ਹੋਊਗੇ। ਕਿਧਰੇ ਚੰਬੇਲੀ ਦੀ ਖੁਸ਼ਬੂ ਆਊਗੀ, ਕਿਧਰੇ ਗੁਲਾਬ ਦੀ ਆਊਗੀ, ਕਿਧਰੇ ਮੈਰੀ ਗੋਲਡ ਦੀ ਆਊ, ਸਤਵਰਗ ਦੀ ਆਊ, ਕਲੀਆਂ ਦੀ ਆਊਗੀ, ਕਿਧਰੋਂ ਕੋਈ ਖੁਸ਼ਬੂ। ਬਾਗ ਦੇ ਵਿੱਚ ਫਿਰਾਂਗੇ, ਆਨੰਦ ਮਾਣਾਂਗੇ। ਤੇ ਜੇ ਕੰਡੇ ਉੱਗਣਗੇ, ਨੰਗਾਂਗੇ, ਉਸੇ ਬਾਗ 'ਚ ਕੰਡੇ ਉੱਗ ਪਏ ਪ੍ਰਭੂ ਜੀ, ਜਿੱਧਰ ਨੰਗਾਂਗੇ ਪੱਲਿਆਂ ਦੇ ਨਾਲ ਕੰਡੇ ਚੁੱਭ ਕੇ ਸਾਡੇ ਵੀ ਚੁੱਭਣਗੇ, ਸਾਡੇ ਕੱਪੜੇ ਵੀ ਫਾੜਨਗੇ। ਪ੍ਰਭੂ ਇਹ ਸਾਰੀ ਕਲੀਸਿਆ ਆਪਣੀ ਨੂੰ, ਸਾਰੇ ਦਾਸਾਂ ਨੂੰ, ਸਾਰੇ ਪ੍ਰੇਮੀਆਂ ਨੂੰ, ਸਾਰੇ ਸਰੋਤਿਆਂ ਨੂੰ ਪ੍ਰਭੂ ਜੀ ਆਪਣਾ ਪ੍ਰੇਮ, ਆਪਣੀ ਹਲੀਮੀ, ਆਪਣੀ ਸ਼ਾਂਤੀ, ਇਹ ਪ੍ਰਭੂ ਆਪਣੀ ਦਇਆ, ਆਪਣੀ ਕਿਰਪਾ ਦੇ ਮੇਰੇ ਪ੍ਰਭੂ ਜੀ। ਸਾਰਿਆਂ ਉੱਤੇ ਰਹਿਮਤ ਕਰਦੇ ਮੇਰੇ ਪ੍ਰਭੂ। ਤੇਰੀ ਰਹਿਮਤ ਦੇ ਨਾਲ ਹੀ ਸਾਡੇ ਸੁੱਖ ਆ, ਤਾਂ ਹੀ ਸਾਨੂੰ ਸੁੱਖ ਮਿਲਦਾ। ਜੇ ਸਾਰਿਆਂ ਨੂੰ ਹੀ ਤੂੰ ਪ੍ਰਭੂ ਜੀ ਦੇਵੇਂ। ਸਾਰੇ ਪ੍ਰਭੂ ਤੇਰੇ ਬੱਚੇ ਆ। ਅਸੀਂ ਸਾਰਿਆਂ ਸੰਤਾਂ ਲਈ, ਸਾਰਿਆਂ ਦਾਸਾਂ ਲਈ, ਸਾਰੇ ਪ੍ਰੇਮੀਆਂ ਲਈ, ਸਾਰੇ ਘਰ ਘਰ ਪਰਤੀ ਜੀਆਂ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਹੇ ਪ੍ਰਭੂ ਹਰ ਇੱਕ ਦੁੱਖ ਦੇ ਵਿੱਚੋਂ ਤੇਰਾ ਬੱਚਾ ਨਿਕਲੇ, ਹਰ ਇੱਕ ਦੁੱਖ ਦੇ ਵਿੱਚੋਂ ਸ਼ਾਂਤੀ ਵਿੱਚ ਆਵੇ, ਤੇਰੇ ਨਾਮ ਨਾਲ ਜੁਵੇ, ਤੇਰੇ ਨਾਮ ਦੀ ਕਦਰ ਕਰੇ ਪ੍ਰਭੂ। ਸਭ ਨੂੰ ਸੋਝੀ ਆ ਜਾਵੇ ਕਿ ਇੱਕੋ ਇੱਕ ਮੇਰਾ ਪਰਮੇਸ਼ਰ ਜਿਹੜਾ ਸਾਨੂੰ ਬਖਸ਼ਣ ਦੇ ਲਈ ਆਇਆ, ਜਿਹੜਾ ਕੋਈ ਸਾਨੂੰ ਬਖਸ਼ ਨਹੀਂ ਸਕਦਾ, ਤੇ ਸਾਨੂੰ ਆਪਣੇ ਖੂਨ ਦੇ ਨਾਲ ਧੋਣ ਆਇਆ। ਇਹ ਮੇਰੇ ਪਰਮੇਸ਼ਰ ਤੇਰਾ ਧੰਨਵਾਦ ਕਰਦੇ, ਤੇਰਾ ਸ਼ੁਕਰ ਕਰਦੇ ਹਾਂ। ਟਾਈਮ ਫਿਰ ਹੋ ਗਿਆ ਆ। ਇਹ ਪ੍ਰਭੂ ਜੀ ਤੇਰਾ ਧੰਨਵਾਦ, ਇਸ ਗੀਤ ਦੇਣ ਦਾ ਵੀ ਤੇਰਾ ਧੰਨਵਾਦ। ਸਰੋਤਿਓ, ਸੁਣਨ ਵਾਲਿਓ, ਤੁਹਾਡਾ ਵੀ ਪ੍ਰਭੂ ਦਾ ਧੰਨਵਾਦ, ਪ੍ਰਭੂ ਦਾ ਧੰਨਵਾਦ। ਤੇ ਸਰੋਤਿਆਂ ਲਈ ਜੇ ਪਿਆਰਿਓ, ਜੇ ਕੋਈ ਗਲਤੀ ਆ ਤੇ ਉਹਨੂੰ ਮਾਫ਼ ਕਰਿਓ, ਕਿਉਂਕਿ ਸਰੋਤਿਆਂ ਦੇ ਦਿਲ ਵਿੱਚ ਬਹੁਤ ਚੀਜ਼ਾਂ ਕਈ ਇੱਦਾਂ ਦੀਆਂ ਹੁੰਦੀਆਂ ਆ ਇੱਦਾਂ ਬੋਲ ਦਿੱਤਾ, ਇੱਦਾਂ ਕਰ ਦਿੱਤੀ, ਉੱਦਾਂ ਕਰ ਦਿੱਤੀ, ਕਿਉਂਕਿ ਉਹਨਾਂ ਨੇ ਦੇਖਣਾ ਹੁੰਦਾ ਆ ਵੀ ਕਿੱਥੇ ਕੋਈ ਨੁਕਸ ਕੱਢਣਾ ਆ। ਸੋ ਇਸ ਬੱਚੀ ਦੇ ਵਿੱਚ ਕੋਈ ਗੁਣ ਨਹੀਂ ਹੈਗਾ, ਇਹ ਸਿਰਫ ਆਸ਼ੀਰਵਾਦ ਦਿਓ, ਕੋਈ ਗੁਣ ਨਹੀਂ ਆ। ਮੇਰੇ ਪਰਮੇਸ਼ਰ ਦੇ ਬੋਲ ਆ, ਜਿੱਦਾਂ ਦੇ ਉਹ ਮੇਰਾ ਸਵਾਮੀ, ਮੇਰਾ ਪਰਮੇਸ਼ਰ, ਮੇਰਾ ਪਿਤਾ ਮੈਨੂੰ ਬੁਲਾਉਂਦਾ ਆ, ਉਹ ਬੋਲਦਾ ਆ। ਤੇ ਪਰਮੇਸ਼ਰ ਇਹਨਾਂ ਨੂੰ ਪ੍ਰਵਾਨ ਕਰ ਲਵੇ, ਦਇਆ ਕਰੇ, ਮਿਹਰ ਕਰੇ
ਸਰੋਤਿਓ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਪ੍ਰਭੂ ਤੇ ਮੇਰੇ ਨੇ ਮੈਨੂੰ ਖਿਮਾ ਦਿੱਤੀ ਕਰਕੇ ਹੀ ਉਹ ਇੰਨੇ ਪਿਆਰ ਦੇ ਨਾਲ ਮੈਨੂੰ ਲੈ ਕੇ ਆਪਣੀ ਗਲਵੱਕੜੀ ਵਿੱਚ ਤੇ ਤੋਤਲੀ ਜ਼ਬਾਨ ਦੇ ਕੇ ਤੇ ਵੇ ਜਾਂਦਾ, ਕਹਿੰਦਾ ਘਰ ਬੱਚਿਆ ਤੇਰੇ ਲਈ ਪੋਲਪਟ ਖੁੱਲਾ ਆ, ਬੈਠ, ਤੇਰੇ ਨੇੜੇ ਮੈਂ ਨੀਂਦ ਨਹੀਂ ਆਉਣ ਦਊਂਗਾ। ਨਹੀਂ ਤਾਂ ਇਹ ਬੱਚੇ ਨੂੰ ਨੀਂਦ ਬੜੀ ਪਿਆਰੀ ਆ। ਜਿਵੇਂ ਨਾ ਆਮ ਅੱਜ ਕਹਿੰਦੇ ਵੀ ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ, ਨਹੀਂ, ਇਸ ਬੱਚੇ ਨੂੰ ਨੀਂਦ ਇੱਦਾਂ ਆਉਂਦੀ ਆ ਜੇ ਹੁਣ 2 ਸਕਿੰਟਾਂ 'ਚ ਜਾਵੇ, ਮਤਲਬ 5 ਮਿੰਟਾਂ 'ਚ ਤੇ ਝੱਟ ਸੌਂ ਜਾਵੇ, ਇੱਦਾਂ ਦੀ ਗੱਲ ਕੋਈ ਨਹੀਂ। ਪਰ ਇੱਥੇ ਮੰਗਿਆ ਪਾਪਣ ਨੀਂਦੇ ਨੀ ਪਾਪਣ ਨੀਂਦੇ। ਆਪਾਂ ਦੂਜੇ 'ਚ ਗੱਲ ਕਰਾਂਗੇ। ਮੈਂ ਆਪਣੀ ਜਵਾਨੀ ਦੁਆਰੇ 'ਚ ਪਹਿਲੀ ਉਮਰ 'ਚ ਬਹੁਤ ਗਾਉਂਦੀ ਹੁੰਦੀ ਸੀ, ਪਾਪਣ ਨੀਂਦੇ। ਰਾਤ ਦਾ ਇੱਦਾਂ ਹੀ ਆਪਾਂ ਜਿੱਦਾਂ ਹੁਣ ਰਾਤ ਨੂੰ ਬੈਠੇ ਰਹਿਣ ਸਵਾਏ ਕੀਰਤਨ, ਨੀ ਪਾਪਣ ਨੀਂਦੇ ਨੀ ਮੇਰੀਆਂ ਲੱਗੀਆਂ ਨਾ ਤੋੜ। ਮੈਂ ਸਦਾ ਮੰਗ ਕਰਦੀ ਉਹ ਮੇਰੀ ਨੀਂਦ ਘਟਾ ਦੇ, ਪਰਮੇਸ਼ਰ ਮੇਰੀ ਨੀਂਦ ਘਟਾ ਦੇ, ਮੇਰੇ ਤੇ ਕਿਰਪਾ ਕਰ ਦੇ। ਮੈਂ 4 ਘੰਟੇ ਸੌਂ ਲਵਾਂ ਤੇ ਬਸ 8 ਘੰਟਿਆਂ ਦੀ ਬਰੋਬਰੀ ਹੋ ਜਾਏ। ਪ੍ਰਭੂ ਜੀ ਮੇਰੇ ਤੇ ਇਹ ਦਇਆ ਕਰ ਦੇ, ਮੈਂ ਤੇਰੇ ਬਚਨ 'ਚ ਤੇਰੀ ਕਲਾਮ ਦੇ ਵਿੱਚ ਮੈਂ ਜਾਗਦੀ ਰਹਾਂ। ਪਰਮੇਸ਼ਰ ਮੈਨੂੰ ਨੀਂਦ ਨਾ ਆਵੇ, ਮੇਰੀ ਨੀਂਦ ਉਡਾ ਦੇ ਤੇ ਮੈਨੂੰ ਥੋੜ੍ਹੀ ਜਿਹੀ ਨੀਂਦ ਨਾਲ ਪ੍ਰਫੁੱਲਤ ਕਰ ਦੇ। ਤਾਂ ਉਹ ਮੇਰਾ ਪ੍ਰਭੂ ਸੁਣਦਾ ਆ, ਪੁਕਾਰਾਂ ਨੂੰ ਸੁਣਦਾ ਆ। ਟਾਈਮ ਕਾਫੀ ਹੋ ਗਿਆ, ਆਪਾਂ ਹੁਣ ਦੂਸਰੇ ਚੈਪਟਰ ਚੱਲਾਂਗੇ। ਇਹ ਤਾਂ ਹੁਣ ਮੈਨੂੰ ਲੱਗਦਾ 3 ਹੋ ਗਿਆ ਆ। ਹਾਲੇਲੂਇਆ। ਪ੍ਰੇਮ ਇਹ ਮੇਰੇ ਪਿਆਰੇ ਪਿਤਾ, ਜੋ ਕੁਛ ਮੰਗਿਆ ਪਿਆਰਾ ਪੁੱਤਰ ਯਿਸੂ ਨਾਸਰੀ, ਇਕਲੌਤਾ ਬੇਟਾ ਯਿਸੂ ਨਾਸਰੀ, ਸਾਡਾ ਮੁਕਤੀਦਾਤਾ, ਸਾਡਾ ਜੀਵਨ ਦਾਤਾ, ਸਾਡਾ ਆਧਾਰ ਕਰਤਾ ਯਿਸੂ ਨਾਸਰੀ ਦੇ ਨਾਮ 'ਚ ਸਭ ਕੁਛ ਮੰਗਿਆ ਆ, ਉਹਦੇ ਨਾਮ 'ਚ ਗਾਇਆ। ਥਾਂ ਪਾਈ ਮੇਰੇ ਪਰਮੇਸ਼ਰ, ਤੁਸੀਂ ਪਾ ਲਿਆ ਆ। ਮੈਂ ਧੰਨਵਾਦ ਕਰਦੀ ਹਾਂ। ਆਮੀਨ। ਸ਼ੁਕਰ ਕਰਦੀ ਹਾਂ। ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਤੇ ਆਮੀਨ।